ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਹੋਤ ਭਇਓ ਸਮਧੀਨ ਕੋ ਮੇਲ, ਨਿਸ਼ਾਵਰ ਕੀਨ ਉਦੈ ਸੁਖ ਮਾਨੀ। ਸਾਦਰ ਸੋ ਕੁਲ ਰੀਤ ਕਰੀ ਭਲ, ਪ੍ਰੀਤ ਬੜੀ ਨਾ ਕਿਸੀ ਮਨ ਹਾਨੀ। ਹੋਤ ਭਇਓ ਸਮਧੀਨ ਕੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਧੰਨ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਗੁਰੂ ਰੂਪ ਹੋ ਕਰਕੇ, ਆਕਾਰ ਸਰੀਰ ਵਿੱਚ ਆ ਕਰਕੇ, ਕਲਯੁਗ ਦੇ ਜੀਵਾਂ ਦੇ ਕਲਿਆਣ ਹਿਤ ਗੁਰੂ ਪਾਤਸ਼ਾਹ ਮਹਾਰਾਜ ਨੇ ਬਰਕਤਾਂ ਬਰਸਾਈਆਂ ਨੇ। ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਜੀ ਦਾ ਪਾਵਨ ਪਵਿੱਤਰ ਜੋ ਇਤਿਹਾਸ ਹੈ, ਉਸ ਨੂੰ ਲੜੀਵਾਰ ਅਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਸਰਵਣ ਕਰ ਰਹੇ ਹਾਂ। ਤੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਗਰੀਬ ਨਵਾਜ ਜੀ ਕਿਸ਼ੋਰ ਅਵਸਥਾ ਦੇ ਵਿੱਚ ਹਨ। ਥੋੜ੍ਹਾ ਥੋੜ੍ਹਾ ਦਾੜਾ ਉਤਰਿਆ ਹੈ। ਆਪ ਜੀ ਬਖਸ਼ਿਸ਼ ਕੀਤੀ ਹੈ। ਦੌਲਤ ਖਾਂ ਲੋਧੀ ਨਵਾਬ ਦੇ ਪਾਸ ਸੁਲਤਾਨਪੁਰ ਸਾਹਿਬ ਮੋਦੀ ਖਾਨੇ ਦਾ ਕੰਮ ਜਿਹੜਾ ਹੈ ਗੁਰੂ ਸਾਹਿਬ ਨੇ ਸੰਭਾਲਿਆ ਹੋਇਆ ਹੈ। ਬਖਸ਼ਿਸ਼ਾਂ ਕਰਦੇ ਹਨ ਸਤਿਗੁਰੂ ਜੀ। ਗਰੀਬਾਂ, ਅਨਾਥਾਂ, ਸਾਧੂਆਂ, ਫਕੀਰਾਂ ਦੀਆਂ ਝੋਲੀਆਂ ਭਰਦੇ ਹਨ ਦਾਨ ਦੇ ਨਾਲ। ਜਿਤਨੀ ਰਾਜੇ ਦੀ ਫੌਜ ਹੈ, ਸਭ ਨੂੰ ਜੋ ਵੀ ਹੈ ਅੰਨ ਪਦਾਰਥ ਸਾਰਾ ਮਹਾਰਾਜ ਮੋਦੀ ਖਾਨੇ ਵਿੱਚੋਂ ਦਿੰਦੇ ਹਨ। ਤੋ ਦੌਲਤ ਖਾਂ ਖਰਚਾ ਦਿੰਦਾ ਹੈ। ਗੁਰੂ ਸਾਹਿਬ ਸੌਦਾ ਲਿਆਉਣ ਕਰਕੇ ਇਸ ਪ੍ਰਕਾਰ ਹੱਟ ਸਾਹਿਬ ਦੇ ਵਿੱਚ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੰਡਦੇ ਹਨ। 2 ਵਾਰ ਚੁਗਲ ਲੋਕਾਂ ਦੀਆਂ ਚੁਗਲੀਆਂ ਕਰਨ ਕਰਕੇ ਗੁਰੂ ਸਾਹਿਬ ਜੀ ਦਾ ਹਿਸਾਬ ਕੀਤਾ ਗਿਆ ਹੈ। ਪਹਿਲੀ ਵਾਰ ਗੁਰੂ ਸਾਹਿਬ ਜੀ ਦਾ ਹਿਸਾਬ 3.5 ਮਹੀਨੇ ਦਾ ਕੀਤਾ ਜਦੋਂ, ਤੇ ਸਤਿਗੁਰੂ ਪਾਤਸ਼ਾਹ ਦੇ 135 ਰੁਪਈਏ ਦਾ ਵਾਧਾ ਨਿਕਲਿਆ। ਤਾਂ ਉਸ ਵੇਲੇ ਵੀ ਜਿਹੜੇ ਚੁਗਲ ਨਿੰਦਕ ਲੋਕ ਸੀ, ਸਭਨਾਂ ਨੂੰ
ਇਸ ਪ੍ਰਕਾਰ ਨਮੋਸ਼ੀ ਚੱਲਣੀ ਪਈ ਸੀ। ਦੂਸਰੀ ਵਾਰ ਫਿਰ ਇਸ ਪ੍ਰਕਾਰ ਜਦੋਂ ਗੁਰੂ ਸਾਹਿਬ ਦਾ ਹਿਸਾਬ ਹੋਇਆ, ਸੋ 5 ਦਿਨਾਂ ਤੱਕ ਲੇਖਾ ਹਿਸਾਬ ਲਿਖ ਕੇ ਕਰਦੇ ਰਹੇ ਮੁਨਸ਼ੀ ਮੁਸ਼ੱਦੀ। ਜਦੋਂ ਪੂਰਾ ਲੇਖਾ ਕੀਤਾ ਗਿਆ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ 321 ਰੁਪਈਏ ਦਾ ਫਿਰ ਵਾਧਾ ਨਿਕਲਿਆ ਹੈ। ਤੋ ਗਰੀਬ ਨਵਾਜ ਅੰਤਰਜਾਮੀ ਪਾਤਸ਼ਾਹ ਮਹਾਰਾਜ ਨੇ ਸੋ ਬਖਸ਼ਿਸ਼ ਕੀਤੀ ਹੈ। ਸੋ ਇਹ ਨਵਾਬ ਸਾਹਿਬ ਜੀ ਪ੍ਰਸੰਨ ਹੋਏ ਨੇ। ਪ੍ਰਸੰਨ ਹੋ ਕਰਕੇ ਕਹਿਣ ਲੱਗਾ, ਮੇਰੇ ਮੋਦੀ ਤੇ ਐਵੇਂ ਹੀ ਇਲਜ਼ਾਮ ਲਾਉਂਦੇ ਤੁਸੀਂ ਲੋਕੀ ਜਿਹੜੇ ਹੋ, ਤੁਸੀਂ ਇੰਜ ਕਰੋ, ਝੱਟ ਆਪਣੇ ਖਜ਼ਾਨਚੀ ਨੂੰ ਬੁਲਾ ਕਰਕੇ ਤੇ ਉਸ ਨੂੰ ਹੁਕਮ ਕੀਤਾ ਕਿ ਤੁਸੀਂ ਇੰਜ ਕਰੋ, 3000 ਰੁਪਈਆ ਮੋਦੀ ਸਾਹਿਬ ਜੀ ਨੂੰ ਹੋਰ ਦਿਓ, ਤਾਂ ਕਿ ਇਸ ਤਰੀਕੇ ਦੇ ਨਾਲ ਸੋਹਣਿਆ ਕਾਰ ਜਿਹੜੀ ਹੈ ਉਹ ਚੱਲ ਸਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਸਾਰੀ ਰਕਮ ਲੈ ਕਰਕੇ ਹੱਟ ਸਾਹਿਬ ਤੇ ਪਹੁੰਚੇ ਹਨ। ਗਰੀਬ ਨਵਾਜ ਜੀ ਨੇ 3000 ਰੁਪਈਆ ਜਿਹੜਾ ਹੈ ਬੇਬੇ ਨਾਨਕੀ ਜੀ ਦੇ ਘਰ ਰੱਖ ਦਿੱਤਾ ਹੈ। 321 ਰੁਪਏ ਦਾ ਸੌਦਾ ਲੈ ਕਰਕੇ ਆਪਣੇ ਹੱਟ ਸਾਹਿਬ ਨੂੰ ਗੁਰੂ ਸਾਹਿਬ ਜੀ ਨੇ ਚਲਾਇਆ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ। ਗੁਰੂ ਸਾਹਿਬ ਦੀ ਸਗਾਈ ਹੋ ਚੁੱਕੀ ਸੀ। ਇਸ ਪ੍ਰਕਾਰ ਤੋ ਗਰੀਬ ਨਵਾਜ ਪਾਤਸ਼ਾਹ ਗਰੀਬ ਨਵਾਜ ਦਾਤਾਰ ਜੀ ਦਾ ਸਾਹਾ ਜਿਹੜਾ ਹੈ ਉਹ ਭੇਜਿਆ ਗਿਆ ਹੈ ਸੁਲਤਾਨਪੁਰ ਸਾਹਿਬ। ਸੋ ਉੱਥੋਂ ਭਈਆ ਜੈ ਰਾਮ ਜੀ ਨੇ ਸੋ ਰਾਏ ਭੋਇੰ ਦੀ ਤਲਵੰਡੀ ਸਤਿਗੁਰਾਂ ਦੇ ਸਤਿਕਾਰਯੋਗ ਪਿਤਾ ਜੀ ਦੇ ਕੋਲ ਭੇਜਿਆ ਹੈ। ਉਹਨਾਂ ਨੇ ਅੱਗੇ ਸੰਦੇਸ਼ਾ ਜਿਹੜਾ ਹੈ ਇਸ ਪ੍ਰਕਾਰ ਗੁਰੂ ਸਾਹਿਬ ਦੇ ਨਾਨਕੇ ਨਗਰ ਵਿੱਚ ਜੋ ਚਾਹਲ ਪਿੰਡ ਪੈਂਦਾ ਹੈ, ਸੋ ਲਾਹੌਰ ਛਾਉਣੀ ਤੋਂ 8 ਮੀਲ ਦੀ ਵਿੱਥ ਤੇ ਉੱਥੇ ਸੁਨੇਹਾ ਭੇਜਿਆ। ਇਸ ਤਰੀਕੇ ਦੇ ਨਾਲ ਸਾਰੇ ਤਿਆਰ ਹੋ ਕਰਕੇ ਸੋ ਇਸ ਪ੍ਰਕਾਰ ਪਹੁੰਚੇ ਨੇ। ਸੁਲਤਾਨਪੁਰ ਸਾਹਿਬ ਤੋਂ ਬਰਾਤ ਦੀ ਤਿਆਰੀ ਕੀਤੀ ਅਤੇ ਬਰਾਤ ਲੈ ਕਰਕੇ ਇਸੇ ਤਰੀਕੇ ਦੇ ਨਾਲ ਜਾ ਕਰਕੇ ਢੁਕਾਓ ਕੀਤਾ ਹੈ। ਇਸ ਤਰੀਕੇ ਦੇ ਨਾਲ ਸੋ ਬੜੇ ਪ੍ਰੇਮ ਦੇ ਨਾਲ ਸੋ ਮੂਲ ਚੰਦ ਜੀ ਚੋਣਾ ਜਿਹੜੇ ਹਨ, ਉਹਨਾਂ ਨੇ ਆਪਣੇ ਨਗਰ ਦੇ ਜਿਹੜਾ ਪੰਚ ਸੀ ਹਿੱਤਾ ਜੀ, ਉਹਦੇ ਕੋਲ ਗਏ ਨੇ ਵੀ ਬਰਾਤ ਆਈ ਹੈ, ਤੁਸੀਂ ਨਾਲ ਚਲੋ। ਜ਼ਿੰਮੇਵਾਰ ਨਗਰ ਲੋਕ, ਆਪਣੇ ਨਗਰ ਦੇ ਲੋਕ, ਤੇ ਜਾ ਕੇ ਬਰਾਤ ਦਾ ਸਨਮਾਨ ਸਤਿਕਾਰ ਕਰਕੇ ਲਿਆਉਣਾ ਹੈ। ਕਹਿਣ ਲੱਗਾ, ਮੈਂ ਬਜ਼ੁਰਗ ਹੋ ਗਿਆ ਹਾਂ, ਸੋ ਮੇਰਾ ਪੁੱਤਰ ਅਜਿੱਤਾ ਜਿਹੜਾ ਹੈ ਉਸ ਨੂੰ ਕਿਹਾ ਇਸ ਨੂੰ ਨਾਲ ਲੈ ਜਾਓ। ਦੇ ਨਾਲ ਹੀ ਇਸ ਪ੍ਰਕਾਰ ਸੋ ਅਮਾ ਬਚਨ ਕੀਤਾ ਕਿ ਦੇਖ ਮੂਲ ਚੰਦ ਤੇਰਾ ਸੁਭਾਅ ਥੋੜਾ ਕੌੜਾ ਹੈ, ਇੰਜ ਕਰੀ ਕੋਈ ਮਾੜਾ ਬਚਨ ਨਾ ਬੋਲਣੀ, ਬਸ ਨਿਮਰਤਾ ਰੱਖੀ ਤੇ ਪ੍ਰੇਮ ਨਾਲ ਬੇਨਤੀਆਂ ਕਰੀ, ਤੇ ਜਿਸ ਤਰ੍ਹਾਂ ਉਹ ਸਤਿਕਾਰ ਨਾਲ ਆਏ ਨੇ ਇਸੇ ਤਰ੍ਹਾਂ ਸਤਿਕਾਰ ਦੇ ਸਹਿਤ ਇੱਜ਼ਤ ਮਾਨ ਦੇ ਨਾਲ ਸਤਿਕਾਰ ਕਰੀ, ਫਿਰ ਜਿਹੜਾ ਹੈ ਇਸ ਪ੍ਰਕਾਰ ਇੱਜ਼ਤ ਰਹਿ ਆਵੇਗੀ। ਇਸ ਤਰੀਕੇ ਦੇ ਨਾਲ ਤਿਆਰ ਹੋ ਕਰਕੇ ਤੋ ਆਪਣੇ ਨਗਰ ਦੇ ਵਿੱਚੋਂ 4 ਹੀ ਸੋ ਵਰਨਾਂ ਦੇ ਲੋਕ ਸਤਿਕਾਰਯੋਗਾਂ ਨੂੰ ਨਾਲ ਲੈ ਕਰਕੇ ਸੋ ਬਰਾਤ ਨੂੰ ਲੈਣ ਵਾਸਤੇ ਇਸ ਪ੍ਰਕਾਰ ਅੱਗੇ ਜਾਂਦੇ ਹਨ। ਜਿਸ ਤਰੀਕੇ ਦੇ ਨਾਲ ਸੋ ਬਰਾਤ ਦਾ ਢੁਕਾਅ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਗ੍ਰੰਥ ਦੇ ਅੰਦਰ ਇਸ ਪ੍ਰਕਾਰ ਸੋ ਕਥਨ ਕਰ ਰਹੇ ਨੇ, ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ ਸਵਈਆ ਹੋਤ ਭਇਓ ਸਮਦੀਨ ਕੋ ਮੇਲ। ਤੋ ਭਾਈ ਸੰਬੰਧੀਆਂ ਦਾ ਕੁੜਮਾਚਾਰੀ ਦਾ ਮਿਲਾਪ ਹੋਇਆ ਹੈ ਜੀ। ਨਿਸ਼ਾਵਰ ਕੀਨ ਉਬੈ ਸੁਖ ਮਾਨੀ। ਇਸ ਪ੍ਰਕਾਰ ਵਾਰ ਨੇ ਕੀਤੇ ਹਨ, ਦੋਨਾਂ ਪਾਸਿਆਂ ਤੋਂ ਬੜਾ ਸੁਖ ਪ੍ਰਾਪਤ ਹੋਇਆ, ਸੁਖ ਮੰਨਿਆ ਹੈ। ਸਾਦਰ ਸੋ ਕੁਲ ਰੀਤ ਕਰੀ ਭਰ। ਤੋ ਇਸ ਪ੍ਰਕਾਰ ਬੜੇ ਸਤਿਕਾਰ ਦੇ ਨਾਲ ਜੋ ਕੁਲ ਦੀ ਉਸ ਵੇਲੇ ਦੀ ਸਮਾਜ ਦੀ ਮਰਜ਼ਾਦਾ ਸੀ ਉਹ ਸਾਰੀ ਕੀਤੀ ਹੈ। ਪ੍ਰੀਤ ਬੜੀ ਨਾ ਕਿਸੀ ਮਨ ਹਾਨੀ। ਕਿਸੇ ਦੇ ਮਨ 'ਚ ਕੋਈ ਹਾਨੀ ਨੁਕਸਾਨ ਨਹੀਂ ਹੈ, ਸਭ ਦਾ ਸਤਿਕਾਰ ਬਣਿਆ ਹੈ ਤੇ ਪ੍ਰੀਤ ਦੇ ਸਹਿਤ ਹੋ ਕਰਕੇ ਇਸ ਤਰ੍ਹਾਂ ਨਾਲ ਮੇਲ ਕੀਤਾ ਹੈ। ਲੋਚਨ ਸਿਉ ਲੋਕਤ ਦੁਲੋ। ਤੋ ਸਾਰੇ ਹੀ ਜਦੋਂ ਵੀ ਬਰਾਤ ਕੋਈ ਵੀ ਜਾਂਦੀ ਹੈ ਸਭ ਲੋਕ ਲਾੜੇ ਵੱਲ ਤੱਕਦੇ ਹਨ। ਤੋ ਇਸ ਤਰੀਕੇ ਦੇ ਨਾਲ ਸੋ ਇਹ ਲੋਕ ਜੋ ਆਏ ਨੇ ਇਸ ਪ੍ਰਕਾਰ ਸਨਮਾਨ ਸਤਿਕਾਰ ਕਰਨ ਲਈ ਬਰਾਤ ਦਾ, ਸਾਰੇ ਹੀ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨੇਤਰੇ ਨਾਲ ਤੱਕ ਕੇ ਦਰਸ਼ਨ ਕਰਦੇ ਹਨ। ਬੁੱਲੇ ਕੋ ਧਨ ਹੀ ਧਨ ਬਖਾਨੀ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਸਾਰੇ ਲੋਕ ਇਸ ਮੂਲ ਚੰਦ ਜੀ ਨੂੰ ਧੰਨ ਧੰਨ ਕਹਿੰਦੇ ਹਨ। ਭਾਗਨ ਪੂਰਨ ਕੋ ਇਹ ਭਾਜਨ। ਕਹਿੰਦੇ ਭਾਈ ਮੂਲਾ ਤਾਂ ਜਿਹੜਾ ਨਾ
ਇਹ ਬਹੁਤ ਹੀ ਵੱਡੇ ਭਾਗਾਂ ਦਾ ਪਾਤਰ ਹੈ। ਜਾਤੇ ਜਮਾਤਾ ਭਇਓ ਗੁਣ ਖਾਨੀ। ਐਸੇ ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਮਹਾਰਾਜ ਇਹਨਾਂ ਨੂੰ ਜਮਾਤਾ ਜਵਾਈ ਮਿਲੇ ਹਨ। ਦੋਹਰਾ ਮਿਲ ਕਰ ਦੋਹ ਦਿਸ਼ ਪਰਸ ਪਰ। ਆਪੋ ਵਿੱਚ ਦੋਨਾਂ ਪਾਸਿਆਂ ਤੋਂ ਮਿਲ ਕੇ ਮਿਲਾਪ ਕਰਕੇ ਸਰਸਤ ਹਰਖਤ ਹੋਏ। ਬਹੁਤ ਹੀ ਇਸ ਪ੍ਰਕਾਰ ਖੁਸ਼ ਪ੍ਰਸੰਨ ਹੋਏ ਹਨ ਜੀ ਸਾਰੇ। ਗਮਨੇ ਨਗਰੀ ਕੋ ਬਾਹਰ। ਫਿਰ ਇਸ ਤਰੀਕੇ ਦੇ ਨਾਲ ਮੇਲ ਮਿਲਾਪ ਕਰਕੇ ਨਗਰੀ ਵੱਲ ਨੂੰ ਵਾਪਸ ਮੁੜੇ ਹਨ ਜੀ। ਜਹਤ ਕਰਿਓ ਅਬ ਢੋਏ। ਹੁਣ ਚਾਹੁੰਦੇ ਹਨ ਕਿ ਭਾਈ ਨਗਰੀ ਚ ਪਹੁੰਚ ਕਰਕੇ ਢੁਕਾਓ ਕਰੀਏ। ਸਵਈਆ ਗਜ ਗਾਜਤ ਸਾਜ ਸਜੇ ਸਭ ਹੀ। ਤੋ ਇਸ ਤਰੀਕੇ ਦੇ ਨਾਲ ਹਾਥੀ ਜਿਹੜੇ ਇਸ ਪ੍ਰਕਾਰ ਘੋੜੇ ਹਨ ਸਾਰੇ ਹੀ ਗੱਜਦੇ ਨੇ, ਬੋਲਦੇ ਨੇ, ਸਜੇ ਹੋਏ ਹਨ ਸਭ। ਧਨ ਕੰਟਨ ਕੀ ਉਠਹੀ ਵੱਡ ਘੋਰਾ। ਇਸ ਪ੍ਰਕਾਰ ਸੋ ਜੋ ਇਸ ਪ੍ਰਕਾਰ ਸੋ ਹਾਥੀ ਹਨ, ਹਾਥੀਆਂ ਦੇ ਗਲੇ ਵਿੱਚ ਜੋ ਟੱਲ ਪਾਏ ਹੋਏ ਨੇ ਘੜਿਆਲ ਉਹ ਇਸ ਪ੍ਰਕਾਰ ਵੱਜਦੇ ਹਨ। ਜਾਂ ਘੋੜਿਆਂ ਦੇ ਗਲਾਂ ਵਿੱਚ ਘੁੰਗਰੂ ਪਾਏ ਹੋਏ ਵੱਜਦੇ ਹਨ। ਅਸ ਹਿੰਸਤ ਜੀਨ ਜਰਾਵ ਜਰੇ। ਇਸ ਤਰੀਕੇ ਦੇ ਨਾਲ ਸੋ ਜਿਹੜਾ ਕਾਠੀਆਂ ਤੇ ਜੜਾਊ ਜੜੇ ਹੋਏ ਨੇ ਅਸ ਘੋੜੇ ਜਿਹੜੇ ਨੇ ਹਿੰਸਤ ਹਿਣਕਦੇ ਹਨ। ਅਵਨੀ ਖੁਰ ਬਾਜ ਰਹੇ ਚਹੂ ਓਰਾ। ਚਾਰ ਚਫੇਰੇ ਘੋੜੇ ਭਾਈ ਧਰਤੀ ਤੇ ਪੌੜ ਮਾਰ ਰਹੇ ਹਨ। ਰਥ ਚਾਲ ਚੱਲੇ ਛਨਕੈ ਘੁੰਗਰੂ। ਤੋ ਜਿਹੜੇ ਰਥਾਂ ਨੂੰ ਘੋੜੇ ਜੋੜੇ ਹੋਏ ਨੇ ਜਦੋਂ ਰਥ ਚੱਲਦੇ ਹਨ ਤੇ ਉਹਨਾਂ ਦੇ ਗਲਾਂ ਦੇ ਘੁੰਗਰੂ ਜਿਹੜੇ ਹਨ ਉਹਨਾਂ ਦੀ ਛਣਕਾਰ ਪੈਂਦੀ ਹੈ। ਉਨ ਚੱਕਰਨ ਕੋ ਖਰਕਾਨ ਹੈ ਥੋਰਾ। ਤੇ ਫਿਰ ਜਿਹੜੇ ਚੱਕਰ ਹਨ ਰਥਾਂ ਦੇ ਸੋ ਪਤਾ ਹੀ ਆ ਜਿੱਦਾਂ ਆਪਾਂ ਪੁਰਾਣੇ ਗੱਡੇ ਵਾਹਿਆ ਕਰਦੇ ਸੀ ਤੋ ਉਸ ਪ੍ਰਕਾਰ ਸੋ ਇਸੇ ਤਰ੍ਹਾਂ ਦੇ ਚੱਕੇ ਹੁੰਦੇ ਨੇ ਰਥਾਂ ਦੇ ਵੀ। ਉਹ ਚੀਕਦੇ ਨੇ, ਕਹਿੰਦੇ ਕੋਈ ਘੱਟ ਖੜਕਾ ਨਹੀਂ, ਬਹੁਤ ਖੜਕਾ ਹੋ ਰਿਹਾ ਹੈ। ਡਫ ਢੋਲ ਦਮਾਮਨ ਡੰਕ ਲੱਗੇ। ਇਸ ਪ੍ਰਕਾਰ ਡੱਫਾਂ ਨੇ, ਢੋਲ ਨੇ, ਦਮਾਮੇ ਜਿਹੜੇ ਨਗਾਰੇ ਹਨ ਉਹਨਾਂ ਤੇ ਚੋਟਾਂ ਲੱਗੀਆਂ ਹਨ, ਬਹੁਤ ਧੁਨ ਉੱਠ ਰਹੀ ਹੈ। ਪਰ ਆਪਨ ਕੋ ਨਾ ਸੁਨੈ ਵੜ ਸ਼ੋਰਾ। ਇਤਨਾ ਸ਼ੋਰ ਮਚ ਰਿਹਾ ਵੀ ਆਪਣੇ ਤੇ ਪਰਾਏ ਦੀ ਕੋਈ ਗੱਲ ਨਹੀਂ ਹੁਣ ਸੁਣਦੀ ਹੈ। ਮੁਰਲੀ ਮਿਰਦੰਗ ਉਪੰਗ ਤੰਬੂਰਨ। ਤੋ ਇਸ ਪ੍ਰਕਾਰ ਮੁਰਲੀਆਂ ਨੇ, ਤੰਬੂਰੇ ਵੱਜਦੇ ਹਨ। ਇੱਕ ਨਾਸਤਰੰਗ ਸਾਜ਼ ਹੁੰਦਾ ਹੈ ਜਿੱਦਾਂ ਬਾਜਾ ਹੁੰਦਾ ਹੈ, ਇਹ ਵੱਜਦਾ ਹੈ। ਤੇ ਢੋਲ ਆਦਿਕ ਇਸ ਤਰ੍ਹਾਂ ਦੇ ਬਾਜੇ ਵੱਜਦੇ ਨੇ, ਫੀਰੀਆਂ ਆਦਿਕ। ਝਾਂਜਰ ਟਾਲ ਵੱਜੈ ਕਰਨਾਈ। ਤੋ ਕਰਨਾਈਆਂ ਵੱਜਦੀਆਂ ਨੇ, ਛੈਣੇ ਵੱਜਦੇ ਹਨ, ਟੱਲੀਆਂ ਵੱਜਦੀਆਂ ਹਨ ਇਸ ਤਰ੍ਹਾਂ ਦੇ ਨਾਲ। ਬਾਰ ਬਾਰ ਬਦੂ ਸੁਠ ਗਾਏ ਕੈ ਰਾਗਨ। ਤੋ ਸੋਹਣੇ ਇਸ ਪ੍ਰਕਾਰ ਸੋ ਗੁਣਾਂ ਵਾਲੇ ਸੰਗੀਤਕਾਰ ਜਿਹੜੇ ਹਨ ਉਹ ਸੋਹਣੇ ਰਾਗ ਗਾ ਕਰਕੇ ਸੁਣਾ ਰਹੇ ਨੇ। ਤਾਨ ਮਿਲਾਏ ਕੈ ਮੋਦ ਵਢਾਈ। ਸੋਹਣੀਆਂ ਤਾਨਾਂ ਲਾ ਕੇ, ਅਲਾਪ ਲਾ ਕੇ ਰਾਗਾਂ ਦੇ ਇਸ ਤਰੀਕੇ ਦੇ ਨਾਲ ਬੜੀ ਖੁਸ਼ੀ ਨੂੰ ਵਧਾ ਰਹੇ ਹਨ। ਦੁੱਤ ਰੰਗ ਅਨੇਕ ਪਤਾਕ ਬਨੇ। ਤੋ ਭਾਈ ਅਨੇਕ ਤਰੀਕਿਆਂ ਦੇ ਜਿਹੜੇ ਹਨ ਇਸ ਪ੍ਰਕਾਰ ਸੋ ਝੰਡੀਆਂ ਜਾਂ ਝੰਡੇ ਬਣੇ ਹੋਏ ਨੇ ਜਿਹੜੇ ਉਹ ਇਸ ਪ੍ਰਕਾਰ ਫੜੇ ਹੋਏ ਨੇ। ਲਹਿਰਾਏ ਘਨੋ ਸਭ ਆਗੇ ਸੋ ਜਾਈ। ਅੱਗੇ ਅੱਗੇ ਉਹ ਆਪਣੇ ਝੰਡੀਆਂ ਲੈ ਕਰਕੇ ਰੰਗ ਬਰੰਗੀਆਂ ਬਰਾਤ ਦੇ ਜਾ ਰਹੇ ਹਨ, ਘੋੜਸਵਾਰ ਆਦਿਕ। ਅਰਬਿੰਦ ਬਿਲੋਚਨ ਬੀਚ ਬਿਰਾਜਹਿ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸੋ ਕਮਲ ਸਰੀਖੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਸਾਰੀ ਬਰਾਤ ਦੇ ਵਿੱਚ ਸ਼ੋਭਾ ਪਾ ਰਹੇ ਹਨ ਜੀ। ਮੋਰ ਪੈ ਚੋਰ ਟੁਰੈ ਸ਼ਬ ਸ਼ਾਈ। ਸ਼੍ਰੋਮਣੀ ਧੰਨ ਗੁਰੂ ਨਾਨਕ ਸਾਹਿਬ ਦੇ ਸੀਸ ਦੇ ਉੱਤੇ ਸੋਹਣਾ ਚੌਰ ਝੂਲ ਰਿਹਾ ਹੈ ਜੀ, ਜਾਣ ਲਓ। ਏਕ ਮਤੰਗ ਪੈ ਲਾਲੂ ਅਰੂੜ। ਇੱਕ ਹਾਥੀ ਦੇ ਉੱਤੇ ਸੋ ਇਸ ਪ੍ਰਕਾਰ ਲਾਲੂ ਜੀ ਅਰੂੜ ਹੋਏ ਹੋਏ ਨੇ, ਸਵਾਰ ਹੋਏ ਨੇ। ਕਰੇ ਬਰਖਾ ਧਨ ਕੀ ਮਨ ਭਾਈ। ਮਨ ਪਾਉਂਦੀ ਧਨ ਦੀ ਵਰਖਾ ਕਰ ਰਹੇ ਹਨ। ਦੂਸਰ ਪੈ ਚੜ ਤਾਤ ਜੈ ਰਾਮ ਕੋ। ਤੋ ਇਸ ਪ੍ਰਕਾਰ ਭਈਆ ਜੈ ਰਾਮ ਜੀ ਦੇ ਪਿਤਾ ਸਤਿਕਾਰਯੋਗ ਪਰਮਾਨੰਦ ਜੀ ਉਹ ਇਸ ਪ੍ਰਕਾਰ ਦੂਸਰੇ ਤੇ ਸਵਾਰ ਹੋਏ ਹੋਏ ਨੇ। ਹੀਨ ਬਿਲੰਬ ਭਲੇ ਬਰਖਾਈ। ਤੋ ਭਾਈ ਦੇਰ ਨਹੀਂ ਲਾਉਂਦੇ ਹਨ, ਭਲੇ ਹੀ ਧਨ ਦੀ ਵਰਖਾ ਕਰ ਰਹੇ ਹਨ। ਮੇਘ ਕੀ ਰੀਤ ਸੁਹਾਏ ਦੋ ਤਬ। ਤੋ ਦੋਨਾਂ ਨੇ ਇੰਨੀ ਧਨ ਦੀ ਵਰਖਾ ਕੀਤੀ ਜਿਵੇਂ ਮੀਂਹ ਵਰਦਾ ਹੈ। ਨੀਚ ਔ ਊਚ ਵਿਚਾਰ ਨਾ ਕਾਈ। ਹੁਣ ਐਸ ਵੇਲੇ ਕਹਿੰਦੇ ਕੋਈ ਊਚ ਨੀਚ ਪਈਏ, ਸ਼ੂਦਰ ਹੈ, ਇਹ ਬ੍ਰਾਹਮਣ ਹੈ, ਐਸਾ ਕੋਈ ਭੇਦ ਨਹੀਂ ਹੈ। ਸਭ ਇਕੱਤਰ ਹੋ ਕਰਕੇ ਸੋ ਜੁੜੇ ਹੋਏ ਸਤਿਕਾਰ ਕਰ ਰਹੇ ਹਨ। ਕੀਰਤ ਜਿਉ ਬਿਸ ਤੀਰਤ ਹੈ। ਭਾਈ ਇਸ ਤਰ੍ਹਾਂ ਦੇ ਨਾਲ ਜਸ ਜਿਹੜਾ ਹੈ ਸੋਹਣਾ ਵਿਸਤੀਰਤ ਫੈਲ ਰਿਹਾ ਹੈ ਸਭ ਪਾਸੇ। ਜਨ ਪੂਰਨ ਚੰਦ ਲੈ ਜੌਨ ਸੀ ਸ਼ਾਈ। ਜਿਸ ਤਰ੍ਹਾਂ ਪੂਰਨਮਾਸ਼ੀ ਦਾ ਚੰਦਰਮਾ ਪੂਰਨ ਹੋਵੇ ਤੇ ਉਸ ਦੀ ਜਿਵੇਂ ਸੋ ਰੋਸ਼ਨੀ ਛਾਈ ਹੁੰਦੀ ਹੈ, ਇਉਂ ਗੁਰੂ ਪਾਤਸ਼ਾਹ ਜੀ ਦਾ ਸੁੰਦਰ ਜਿਹੜਾ ਜਸ ਸਾਰੇ ਪਾਸੇ ਛਾਇਆ ਹੈ ਜੀ। ਸ਼ਰੋਨਨ ਮੈਂ ਸੁਨ ਬਾਜਨ ਕੀ ਤੋਂ
ਧੁਨ ਇਸ ਵੇ ਕੰਨਾਂ ਦੇ ਵਿੱਚ ਕਹਿੰਦੇ ਨੇ ਵਾਜਿਆਂ ਦੀ ਧੁਨ ਸੁਣੀ ਤੇ ਨਗਰ ਦੇ ਵਿੱਚ ਇਸ ਗੱਲ ਦਾ ਸੋ ਭਰੋਸਾ ਹੋ ਗਿਆ ਵੀ ਬਰਾਤ ਆਈ ਹੈ। ਭਰਮ ਹੋਵਤ ਭਇਓ ਮਨ ਨਾਰੀ। ਤੋ ਬੀਬੀਆਂ ਬਰਾਤ ਨੂੰ ਵੇਖਣ ਵਾਸਤੇ ਕਾਹਲੀ ਵਿੱਚ ਇਸ ਨੂੰ ਕਵੀ ਜੀ ਬਿਪੱਤਰ ਰਸ ਕਹਿੰਦੇ ਹਨ। ਤੋ ਉਸ ਦਾ ਜ਼ਿਕਰ ਕਰਦੇ ਹਨ। ਹਾਰ ਲਪੇਟ ਲਿਓ ਕੱਟ ਕੇ। ਤੋ ਕਹਿੰਦੇ ਨੇ ਭਈ ਕਾਹਲੀ ਦੇ ਨਾਲ ਗਲ ਵਿੱਚ ਜਿਹੜਾ ਹਾਰ ਪਾਉਣਾ ਸੀ ਉਹ ਲੱਕ ਨਾਲ ਲਪੇਟ ਲਿਆ। ਤਟ ਕਿੰਕਨ ਲੈ ਗਰਬੀਚ ਸੁਧਾਰੀ। ਜਿਹੜੀ ਆਪਣੇ ਲੱਕ ਨੂੰ ਤੜਾਗੀ ਬੰਨਣੀ ਸੀ ਉਹ ਕਹਿੰਦੇ ਗਲ ਵਿੱਚ ਪਾ ਲਈ ਆ। ਨੂਪਰ ਹਾਥਨ ਮੈਂ ਪਹੁੰਚੀ ਪੱਗ। ਤੋ ਕਹਿੰਦੇ ਜਿਹੜੇ ਇਸ ਪ੍ਰਕਾਰ ਸੋ ਪੈਰਾਂ ਦੇ ਵਿੱਚ ਗਹਿਣੇ ਪਾਉਣੇ ਸੀ ਉਹ ਹੱਥਾਂ 'ਚ ਪਾ ਲਏ ਨੇ। ਹੱਥਾਂ ਵੱਲ ਜਿਹੜੇ ਪੈਰਾਂ ਵਿੱਚ ਪਾ ਲਏ ਹਨ। ਅੰਚਰ ਅੰਗੀਆ ਸੋ ਨਾ ਸੰਭਾਰੀ। ਤੋ ਇਸ ਪ੍ਰਕਾਰ ਸਿਰ ਦਾ ਪੱਲਾ ਆਦਿਕ ਜਿਹੜੇ ਨੇ ਇਸ ਪ੍ਰਕਾਰ ਸੰਭਾਲ ਨਹੀਂ ਸਕੀਆਂ ਕਾਲ ਦੇ ਵਿੱਚ। ਅੰਜਨ ਅੰਜ ਕਪੋਲਨ ਪੈ। ਸੁਰਮਾ ਅੱਖਾਂ 'ਚ ਪਾਉਣਾ ਸੀ ਉਹ ਗੱਲਾਂ ਤੇ ਕਹਿੰਦੇ ਲਾ ਲਿਆ। ਚਖ ਜਾਵਕ ਡਾਰਨ ਧੀਰ ਵਿਚਾਰੀ। ਤੋ ਕਹਿੰਦੇ ਧੀਰਜ ਨਹੀਂ ਵਿਚਾਰ ਕੀਤਾ ਤੇ ਜਿਹੜੀ ਆਪਣਾ ਨਹੁੰ ਪਾਲਸ਼ਾਦਕ ਜਾਂ ਸੁਰਖੀ ਬੁੱਲਾ ਤੇ ਲਾਉਣੀ ਉਹ ਕਹਿੰਦੇ ਅੱਖਾਂ ਤੇ ਲਾ ਲਈ ਹੈ। ਇਹੋ ਜਿਹਾ ਕਹਿੰਦੇ ਨੇ ਕਾਲ ਦੇ ਵਿੱਚ ਸੋ ਘਬਰਾਹਟ ਦੇ ਵਿੱਚ ਕੀਤਾ ਹੈ। ਜਾਵਿਦ ਅੰਗ ਸਿੰਗਾਰ ਸਿੰਗਾਰ ਕੀ। ਇਸ ਤਰੀਕੇ ਦੇ ਨਾਲ ਆਪਣੇ ਸਰੀਰ ਤੇ ਸੋਹਣੇ ਸ਼ਿੰਗਾਰ ਲਾ ਕਰਕੇ ਦੌੜ ਚੱਡੀ ਮਿਲ ਬ੍ਰਿਧ ਅਟਾਰੀ। ਉੱਚੀਆਂ ਉੱਚੀਆਂ ਅਟਾਰੀਆਂ ਤੇ ਉੱਚੇ ਮਕਾਨਾਂ ਤੇ ਜਾ ਕੇ ਬਰਾਤ ਦੇਖਣ ਲਈ ਚੜ ਗਈਆਂ ਹਨ ਬੀਬੀਆਂ। ਮਾਨੋ ਮੇਘਨ ਮੈਂ ਚਮਕਾਤ। ਮਾਨੋ ਜਿਸ ਤਰ੍ਹਾਂ ਬੱਦਲ ਹੋਣ ਤੇ ਬੱਦਲਾਂ ਦੇ ਵਿੱਚ ਚਮਕ ਪੈਂਦੀ ਹੋਵੇ। ਛਟਾ ਛਟ ਸੀ ਦਮਕੈ ਦੁੱਤ ਨਾਰੀ। ਸੋਹਣੀ ਬੀਬੀਆਂ ਦੀ ਸੋਭਾ ਹੈ ਜਿਵੇਂ ਬੱਦਲਾਂ ਵਿੱਚ ਸੋ ਛਟ ਬਿਜਲੀ ਚਮਕਦੀ ਹੈ। ਨੀਲ ਸਰੋਜਨ ਮਾਲ ਬਿਲੋਚਨ। ਮਾਨੋ ਕਿ ਜਿਸ ਤਰ੍ਹਾਂ ਨੀਲੇ ਕਮਲਾਂ ਦੀ ਪੰਕਤੀ ਸਜ ਰਹੀ ਹੋਵੇ। ਰੂਪ ਬਿਲੋਕਤ ਦੁਲਹ ਸਾਰੀ। ਤੇ ਸਾਰਿਆਂ ਦਾ ਧਿਆਨ ਜਿਹੜਾ ਹੈ ਉਹ ਦੂਲੋ ਤੇ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਤੇ ਅੱਖਾਂ ਲੱਗੀਆਂ ਨੇ। ਝਾਕ ਝਰੋਖਣ ਬੀਚ ਗੁਲਾਬ ਲੇ। ਤੋ ਇਸ ਪ੍ਰਕਾਰ ਸੋ ਝਰੋਖਿਆਂ ਦੇ ਵਿੱਚ ਦੀ ਹੋ ਕਰਕੇ ਕੁਝ ਛੱਤਾਂ ਤੇ ਚੜੇ ਨੇ, ਕੁਝ ਬਾਰੀਆਂ ਝਰੋਖਿਆਂ ਚੋਂ ਦੇਖ ਦੇਖ ਕਰਕੇ ਸੋ ਇਸ ਪ੍ਰਕਾਰ ਸੋਹਣੀਆਂ ਸੁਗੰਧੀਆਂ ਲਾ ਕੇ ਘੜਿਆਂ ਵਿੱਚ ਪਾਈਆਂ ਨੇ। ਫੂਲਨ ਅੰਜਲ ਮੰਜਲ ਡਾਰੀ। ਤੋ ਬਹੁਤ ਸਾਰੇ ਫੁੱਲਾਂ ਦੇ ਬੁੱਕ ਭਰ ਭਰ ਕੇ ਉੱਜਲ ਫੁੱਲਾਂ ਦੇ ਲਾਲ ਗੁਲਾਬ ਆਦਿਕ ਦੇ ਸੋ ਬਰਾਤ ਦੇ ਉੱਤੇ ਵਰਖਾ ਕਰਦੇ ਹਨ। ਰੰਗ ਸੁਰੰਗ ਹੈ ਮੇਲ ਸੁਗੰਧ ਹੈ। ਤੋ ਸੋਹਣੇ ਰੰਗਾਂ ਦੇ ਮੇਲ ਮਿਲਾ ਕਰਕੇ ਸੁਗੰਧੀ ਵਾਲੇ ਪ੍ਰੀਤ ਸਪ੍ਰੀਤ ਹੈ ਲੇ ਘਟ ਨਾਰੀ। ਤੋ ਘੜੇ ਲੈ ਕਰਕੇ ਬੀਬੀਆਂ ਇਸ ਤਰੀਕੇ ਦੇ ਨਾਲ ਸੋਹਣੀ ਸੁਗੰਧੀਆਂ ਮਿਲਾ ਕਰਕੇ ਚੰਦ ਮੁਖੀ ਸੁਖ ਕੰਦ ਬਿਲੋਕ। ਤੋ ਭਾਈ ਚੰਦਰ ਮੁਖ ਵਾਲੀਆਂ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਕੇ ਆਨੰਦ ਭਰੀ ਪਟ ਪਾਗਤ ਚਾਰੀ। ਤੋ ਇਸ ਪ੍ਰਕਾਰ ਸੋਹਣੇ ਬਸਤਰਾਂ ਵਿੱਚ ਫੱਬ ਰਹੀਆਂ ਨੇ, ਬੜੇ ਆਨੰਦ ਵਿੱਚ ਖੁਸ਼ ਹੋਈਆਂ। ਲਾਲ ਗੁਲਾਲ ਵਿਸ਼ਾਲ ਕੋ ਬਾਲ। ਤੋ ਬੀਬੀਆਂ ਲਾਲ ਗੁਲਾਲ ਜਿਹੜਾ ਲੈ ਕੇ ਬਹੁਤ ਸਾਰਾ ਗੁਲਾਬ ਮਿਲਾਏ ਬਰਾਤ ਪੈ ਡਾਰੀ। ਸੋਹਣਾ ਗੁਲਾਬ ਆਦਿਕ ਮਿਲਾ ਕਰਕੇ ਬਰਾਤ ਦੇ ਉੱਤੇ ਸੁਗੰਧੀ ਛਿੜਕਦੀਆਂ ਹਨ। ਧਾਮਨ ਪੰਕਤ ਪੰਕ ਭਇਓ ਸਭ। ਤੋ ਘਰਾਂ ਦੀਆਂ ਇਸ ਪਰ ਗਲੀਆਂ ਦੇ ਵਿੱਚ ਕਹਿੰਦੇ ਚਿੱਕੜ ਹੋ ਗਿਆ, ਇਤਨੀ ਵਰਖਾ ਕੀਤੀ ਸੁਗੰਧੀਆਂ ਦੀ। ਅੰਗ ਉਮੰਗ ਬਿਲਾਸਤ ਭਾਰੀ। ਤੋ ਹਿਰਦੇ ਦੇ ਵਿੱਚ ਬਹੁਤ ਭਾਰੀ ਖੁਸ਼ ਹੋ ਕਰਕੇ ਬਿਲਾਸ ਕੌਤਕ ਕਰਦੀਆਂ ਹਨ। ਮੂਲੇ ਕੇ ਦਵਾਰ ਢੁਕਾਓ ਕਰਿਓ ਅਸ। ਇਸ ਤਰੀਕੇ ਦੇ ਨਾਲ ਸੋਹਣੀ ਸੋਭਾ ਦੇ ਸਹਿਤ ਹੋ ਕਰਕੇ ਮੂਲ ਚੰਦ ਚੋਣਾ ਜੀ ਦੇ ਘਰ ਦੇ ਵਿੱਚ ਜਾ ਕਰਕੇ ਸਾਹਮਣੇ ਢੁਕਾਓ ਕੀਤਾ ਹੈ। ਆਰਤੇ ਹਾਰ ਕੀ ਆਰਤੀ ਤਾਰੀ। ਧੰਨ ਸਾਹਿਬ ਸਤਿਗੁਰੂ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੀ ਆਰਤੀ ਉਤਾਰਨ ਕੀਤੀ ਹੈ। ਚੰਦਰ ਮੁਖੀ ਤਹ ਬ੍ਰਿੰਦ ਮਿਲੀ ਕਾਲ। ਤੋ ਬਹੁਤ ਸੁੰਦਰ ਸਰੂਪ ਵਾਲੀਆਂ ਚੰਦਰਮਾ ਸਿਰਖੇ ਮੁਖ ਵਾਲੀਆਂ ਬੀਬੀਆਂ ਸਭ ਮਿਲੀਆਂ ਹਨ। ਕੰਠ ਹੈ ਕੋਕਲਾ ਕੀ ਅਨੁਹਾਰੀ। ਸਮਝ ਲਓ ਉਹਨਾਂ ਦੇ ਗਲੇ ਇਉਂ ਨੇ ਜਿਵੇਂ ਕੋਇਲਾਂ ਬੋਲਦੀਆਂ ਨੇ, ਐਸੇ ਸੁੰਦਰ ਗੀਤ ਗਾਉਂਦੀਆਂ ਸੁਰ ਵਿੱਚ। ਮੰਗਲ ਸਿਉ ਕੁਲ ਰੀਤ ਕਰੈ ਲੇ। ਤੋ ਕਹਿੰਦੇ ਬੜੇ ਭਾਰੀ ਮੰਗਲ ਖੁਸ਼ੀ ਦੇ ਸਹਿਤ ਆਪਣੇ ਕੁਲ ਦੀ ਮਰਜ਼ਾਦਾ ਕਰ ਰਹੀਆਂ ਹਨ ਸਭ। ਲੇ ਨਾਨਕ ਨਾਮ ਉਚਾਰਤ ਗਾਰੀ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਲੈ ਕਰਕੇ ਖੁਸ਼ੀ ਦੇ ਮੌਕੇ ਤੇ ਇਹਨੂੰ ਸਿੱਠਣੀਆਂ ਬੋਲਿਆ ਕਰਦੇ ਸਨ। ਤੋ ਖੁਸ਼ੀ ਦੇ ਸਮੇਂ ਤੇ ਕਹਿੰਦੇ ਇਉਂ ਸੋ ਬੀਬੀਆਂ ਗਾਉਂਦੀਆਂ ਹਨ। ਗਿਆਨ ਪੈ ਕਾਮ ਕੋ ਜੋਰ ਚਲਿਓ ਨਾ। ਕਹਿੰਦੇ ਇਉਂ ਸਮਝੋ ਕਵੀ ਜੀ ਹੁਣ ਅਲੰਕਾਰ ਵਰਤਦੇ ਨੇ, ਕਹਿੰਦੇ ਜਿਸ ਤਰ੍ਹਾਂ ਸੋ ਕਾਮਦੇਵ ਦਾ ਸੋ ਗਿਆਨ ਦੇ ਉੱਤੇ ਜਿਵੇਂ ਜ਼ੋਰ ਨਾ ਚੱਲੇ ਤਾਂ ਭੁਲਾਇਨ ਹੋਇਆ ਮਨੋ ਬਾਦ ਪੁਕਾਰੀ। ਤੇ ਜਿਵੇਂ ਹਾਰ ਖਾ ਕੇ ਤੇ ਵਾਪਸ ਦੌੜਦਾ ਹੋਇਆ ਤੇ ਊਲ ਜਲੂਲ ਬੋਲਦਾ ਹੈ, ਐਵੇਂ ਖੁਸ਼ੀ ਦੇ ਵਿੱਚ ਬੀਬੀਆਂ ਕਹਿੰਦੇ ਇਹੋ ਜਿਹੀਆਂ ਬਚਨ ਬਲਾਸ ਬੋਲਦੀਆਂ ਹਨ। ਦੁਲੋ ਸਮੇਤ ਬਰਾਤ ਬਹੋਰ
ਹੋਰ। ਤੋ ਕਹਿੰਦੇ ਨੇ ਭਾਈ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਮੇਤ ਸਾਰੀ ਜਿਹੜੀ ਬਰਾਤ ਹੈ ਤਿਉ ਸ਼ੁਭ ਥਾਨ ਮੈਂ ਆਨ ਕੇ ਡੇਰਾ। ਸੋਹਣੇ ਥਾਂ ਤੇ ਲਿਆ ਕਰਕੇ ਡੇਰਾ ਕਰਵਾ ਦਿੱਤਾ ਹੈ ਬਰਾਤ ਦਾ ਜੀ। ਰਾਜੇ ਧੂਰ ਪਰੀ ਮੁਖ ਪੈ। ਤੋ ਭਾਈ ਹੁਣ ਇੰਨੀ ਧੂੜ ਉੱਡੀ ਹੋਈ ਹੈ ਤਾਂ ਸਤਿਗੁਰੂ ਪਾਤਸ਼ਾਹ ਸਾਰੀ ਬਰਾਤ ਦੇ ਉੱਪਰ ਉਹ ਜੋ ਧੂੜ ਪਈ ਇਉਂ ਫੱਬਦੀ ਹੈ ਜਿਵ ਅੰਗ ਪਿਰਾਗ ਕੁਸ਼ੇ ਹੀਰਾ। ਜਿਸ ਤਰੀਕੇ ਦੇ ਨਾਲ ਕੁਛ ਐਸਾ ਹੈ ਜਿਵੇਂ ਕਮਲ ਦਾ ਫੁੱਲ ਤੇ ਉਹਦੇ ਤੇ ਧੂੜਾ ਹੁੰਦਾ, ਜਿਵੇਂ ਉਹ ਸੁਗੰਧੀ ਵਾਲਾ ਹੁੰਦਾ ਤੇ ਸ਼ੋਭਾ ਪਾਉਂਦਾ, ਐਵੇਂ ਕਹਿੰਦੇ ਨੇ ਸਤਿਗੁਰਾਂ ਦੇ ਮੁਖ ਤੇ ਪਿਆ ਹੋਇਆ ਧੂੜਾ ਸ਼ੋਭਾ ਪਾਉਂਦਾ ਹੈ। ਤੰਬੂ ਕਨਾਤਨ ਤਾਨੇ ਬਿਨਾਤਨ। ਬਨਾਤਨ ਕਹਿੰਦੇ ਨੇ ਇਸ ਪ੍ਰਕਾਰ ਤੰਬੂ ਸੀ, ਕਨਾਤਾਂ ਸੀ, ਬਨਾਤਨ ਤਾਣ ਲਏ ਹਨ ਸੋਹਣੇ ਸ਼ਮਿਆਨੇ। ਲਾਗੇ ਸਮਿਆਨਨ ਸੋਹੈ ਕਨੇਰਾ। ਤੋ ਸ਼ਮਿਆਨੇ ਲਾਗੇ ਨੇ ਬੜਾ ਸੋਹਣਾ ਡੇਰਾ ਫੱਬ ਗਿਆ ਹੈ ਬਰਾਤ ਦਾ। ਜੋ ਜਿਹ ਚਾਹੇ ਦਈ ਸੋ ਤਾਹੇ। ਜਿਸ ਨੂੰ ਜੋ ਵੀ ਵਸਤੂ ਦੀ ਜ਼ਰੂਰਤ ਸੀ ਉਹ ਕਹਿੰਦੇ ਮੂਲ ਚੰਦ ਜੀ ਹੁਣਾਂ ਵੱਲੋਂ ਬਰਾਤ ਦੀ ਸੇਵਾ ਵਿੱਚ ਹਾਜ਼ਰ ਕੀਤਾ ਗਿਆ ਸਮਾਨ। ਅਤੇ ਉਹ ਸ਼ਰਮ ਦੂਰ ਲੱਗੀ ਨਹਿ ਦੇਰਾ। ਤੋ ਕਹਿੰਦੇ ਨੇ ਵੀ ਸਾਰਿਆਂ ਦੀ ਥਕਾਵਟ ਲੱਥ ਗਈ ਹੈ, ਸੋ ਦੇਰ ਨਹੀਂ ਲੱਗੀ ਹੈ। ਧੇਨ ਕੇ ਧੂਲ ਕੋ ਵੇਲਾ ਭਇਓ ਤਬ। ਜਦੋਂ ਇਸ ਵਾਸਤੇ ਸ਼ਾਮ ਦਾ ਵਕਤ ਜਮੋਂ ਧੇਨ ਗਊਆਂ ਦੇ ਵੱਗ ਜਦੋਂ ਨਗਰ ਵਿੱਚ ਵਾਪਸ ਆਉਂਦੇ ਨੇ ਸੰਧਿਆ ਸਮੇਂ ਤਰਕਾਲਾਂ ਦੇ ਟਾਈਮ ਨੂੰ, ਜਦੋਂ ਇਹ ਸਮਾਂ ਹੋ ਗਿਆ ਤਾਂ ਤਬ ਛੂਟਣ ਲੱਗੀ ਹੈ ਜੋਰ ਹਵਾਈ। ਬੜੇ ਜ਼ੋਰ ਦੇ ਨਾਲ ਕਹਿੰਦੇ ਨੇ ਭਾਈ ਆਤਿਸ਼ਬਾਜ਼ੀ ਹਵਾਈਆਂ ਚੱਲਣ ਲੱਗ ਪਈਆਂ ਹਨ। ਮੰਗਲ ਕੀ ਧੁਨ ਦੇਨੇ ਕੇ ਹੇਤ। ਮਾਨੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਵਿਆਹ ਦੇ ਖੁਸ਼ੀ ਦੀ ਖਬਰ ਦੇਣ ਵਾਸਤੇ ਮਨੋ ਪਤੀਆ ਸੁਰ ਲੋਕ ਪਠਾਈ। ਮਾਨੋ ਕਿ ਚਿੱਠੀਆਂ ਜਿਹੜੀਆਂ ਨੇ ਸਵਰਗ ਲੋਕ ਨੂੰ ਭੇਜੀਆਂ ਜਾ ਰਹੀਆਂ, ਹਵਾਈਆਂ ਚੱਲਦੀਆਂ ਜਿਹੜੀਆਂ। ਬਾਜ ਮਤੰਗ ਉਤੰਗ ਬਰੂਦ। ਕਹਿੰਦੇ ਬੜੇ ਬੜੇ ਹਾਥੀ ਤੇ ਬੜੇ ਬੜੇ ਘੋੜੇ ਜਿਹੜੇ ਬਰੂਦ ਦੇ ਬਣਾਏ ਹੋਏ ਨੇ ਆਤਿਸ਼ਬਾਜ਼ੀ ਵਾਲਿਆਂ ਨੇ। ਕੇ ਝਾਰ ਮਤਾਬੀ ਛੁਟੈ ਫੁਲਵਾਈ। ਤੋ ਮਤਾਬੀਆਂ ਨੇ ਝਾਰ ਫਨੂਸ ਬਣਾਏ ਹੋਏ ਨੇ ਇਸ ਪ੍ਰਕਾਰ। ਤੋ ਉਹਨਾਂ ਨੂੰ ਜਿਸ ਵੇਲੇ ਅੱਗ ਲਾ ਕੇ ਚਲਾਉਂਦੇ ਨੇ ਰਾਤ ਦੇ ਸਮੇਂ, ਸੋ ਬੜਾ ਪ੍ਰਕਾਸ਼ ਹੁੰਦਾ ਹੈ, ਹਾਥੀ ਘੋੜੇ ਦੌੜਦੇ ਨੇ ਬਰੂਦ ਜਦੋਂ ਲੱਗਦਾ ਹੈ। ਦੈਤਨ ਦੈਂਤ ਭਿਆਨਕ ਬੀਖ। ਤੋ ਦੈਂਤਾਂ ਦੇ ਬਹੁਤ ਸਾਰੇ ਭਿਆਨਕ ਭੇਖ ਬਣਾਏ ਹੋਏ ਨੇ ਇਸ ਪ੍ਰਕਾਰ ਉਹਨਾਂ ਨੇ। ਸੋ ਕੌਤਕ ਦੇਖ ਰਹੇ ਹਰ ਖਾਈ। ਇਹੋ ਜੇ ਆਤਿਸ਼ਬਾਜ਼ੀ ਦੇ ਰਾਤ ਨੂੰ ਕੌਤਕ ਵੇਖ ਵੇਖ ਕਰਕੇ ਸਭ ਦੁਨੀਆ ਖੁਸ਼ ਹੋ ਰਹੀ ਹੈ। ਮਾਨਵ ਮੂਲੇ ਕੇ ਏਕ ਪਠਾ ਹਿਤ। ਮਾਨੋ ਮੂਲੇ ਨੇ ਇੱਕ ਆਦਮੀ ਉਸ ਟਾਈਮ ਤੇ ਇਸ ਖੁਸ਼ੀ ਦੇ ਸਮੇਂ ਤੇ ਸੋ ਭੇਜ ਦਿੱਤਾ ਹੈ ਸੁਨੇਹਾ। ਹੂਤਨ ਕੇ ਤਿਨ ਜਾਏ ਸੁਨਾਵਾ। ਬਰਾਤ ਨੂੰ ਬੁਲਾਉਣ ਵਾਸਤੇ ਜਾ ਕੇ ਸੰਦੇਸ਼ਾ ਦਿੱਤਾ ਉਸਨੇ। ਧਾਰੋ ਆਪ ਚਲ ਪਦ ਕੋ ਅਬ। ਚਲੋ ਜੀ ਤੁਸੀਂ ਹੁਣ ਆਪਣੇ ਵਾਪਸ ਆਓ। ਤੋ ਮੂਲਾ ਜੀ ਨੇ ਸੁਨੇਹਾ ਭੇਜਿਆ ਤੁਸੀਂ ਚਰਨ ਪਾਓ ਜੀ ਆਣ ਕਰਕੇ ਘਰ ਵਿੱਚ। ਅਬ ਕਾਲ ਭਇਓ ਹਿਤ ਲੇਵਨ ਲਾਵਾਂ। ਤੋ ਕਹਿੰਦੇ ਲਾਵਾਂ ਦਾ ਸਮਾਂ ਜਿਹੜਾ ਹੋ ਗਿਆ ਹੈ ਇਸ ਵਾਸਤੇ ਤੁਸੀਂ ਪਹੁੰਚੋ। ਜੋ ਸੁਨ ਡੰਕ ਨਿਸ਼ਾਨ ਲੱਗੇ। ਇਸ ਤਰੀਕੇ ਦੇ ਨਾਲ ਸੋ ਤਿਆਰੀ ਕੀਤੀ ਹੈ। ਤੋ ਕਹਿੰਦੇ ਨੇ ਭਾਈ ਧੌਂਸਿਆਂ ਨਗਾਰਿਆਂ ਤੇ ਬਾਜਿਆਂ ਤੇ ਕਹਿੰਦੇ ਇਸ ਪ੍ਰਕਾਰ ਝੋਟਾਂ ਲੱਗ ਗਈਆਂ, ਬਾਜੇ ਵੱਜਣੇ ਸ਼ੁਰੂ ਹੋ ਗਏ। ਧੁਨ ਘੋਰ ਉਠੀ ਘਨ ਜਿਉ ਕਹਿਰਾਵਾ। ਜਿਸ ਤਰ੍ਹਾਂ ਬੱਦਲ ਗਰਜਦਾ ਇਹੋ ਜੀ ਧੁਨ ਜਿਹੜੀ ਹੈ ਉੱਠੀ ਹੈ, ਆਵਾਜ਼ ਉੱਠੀ ਹੈ ਜੀ। ਆਨੰਦ ਕੋ ਉਰ ਧਾਰ ਤਬੈ। ਬੜਾ ਭਾਰੀ ਆਨੰਦ ਖੁਸ਼ੀ ਮਨ ਚ ਧਾਰਨ ਕਰਕੇ ਗਮ ਨੇ ਮਿਲ ਸਾਜ ਸਮਾਜ ਸੁਹਾਵਾ। ਤੋ ਕਹਿੰਦੇ ਨੇ ਸਾਰੇ ਮਿਲ ਕਰਕੇ ਸੋਹਣਾ ਸਾਜੋ ਸੁਹਾਵਾ ਸੁੰਦਰ ਲੈ ਕਰਕੇ ਚੱਲ ਪਏ ਹਨ। ਬੇਦੀ ਜੇ ਬ੍ਰਿੰਦ ਔ ਬੇਦੀ ਸਰੋਮਣ। ਜੋ ਬੇਦੀ ਵੰਸ਼ ਦੇ ਸਾਰੇ ਬਰਾਤੀ ਤੇ ਜਿਹੜੇ ਸ਼੍ਰੋਮਣੀ ਬਜ਼ੁਰਗ ਹਨ ਨਾਲ ਸਾਰਿਆਂ ਨੂੰ ਨਾਲ ਲੈ ਕੇ ਬੇਦੀ ਰਚੀ ਜਹਾਂ ਗੇ ਤਿਹ ਥਾਈ। ਜਿੱਥੇ ਬੇਦੀ ਰਚੀ ਹੋਈ ਸੀ ਉਸ ਥਾਂ ਤੇ ਪਹੁੰਚ ਗਏ ਹਨ। ਪੁੰਜ ਤਹਾਂ ਦਿਜ ਰਾਜ ਬਿਰਾਜਤ। ਉੱਥੇ ਬਹੁਤ ਸਾਰੇ ਸਿਆਣੇ ਸਿਆਣੇ ਬ੍ਰਾਹਮਣ ਪੰਡਤ ਲੋਕ ਜਿਹੜੇ ਸੀ ਹੋਏ ਸਨ। ਹੀਰ ਸਮਾਜ ਉੱਠੇ ਹਰ ਖਾਈ। ਇਹ ਸਮਾਜ ਬਰਾਤ ਆਈ ਦਾ ਦੇਖ ਕਰਕੇ ਸਾਰੇ ਸਤਕਾਰ ਵਿੱਚ ਉੱਠ ਕੇ ਖੜੇ ਹੋਏ ਨੇ। ਤੇ ਮੁਖ ਆਸ਼ਿਕ ਕੋ ਸੁਖ ਪਾਏ। ਤੋ ਬੜੀਆਂ ਭਾਰੀ ਅਸੀਸਾਂ ਦੇ ਕਰਕੇ ਸੁਖ ਪ੍ਰਾਪਤ ਕੀਤਾ ਹੈ ਪੰਡਤਾਂ ਨੇ। ਗਏ ਸਭ ਬੈਸ ਤਹਾਂ ਚੌਕਾਈ। ਚਾਰ ਚਫੇਰੇ ਉਸ ਵੇਲੇ ਭਾਈ ਸਾਰੇ ਬੈਠ ਗਏ ਨੇ, ਉਸ ਵੇਲੇ ਦੇ ਰਿਵਾਜ ਦੇ ਮੁਤਾਬਕ ਦੱਸਦੇ ਹਨ। ਵੇਦ ਕੇ ਮੰਤਰ ਉਚਾਰ ਤਬੈ। ਵੇਦਾਂ ਦੇ ਮੰਤਰ ਉਚਾਰਨ ਕੀਤੇ ਹਨ ਸੰਸਕ੍ਰਿਤ ਵਿੱਚ। ਸ਼ੁਭ ਰੀਤ ਕਰੀ ਜਿਵ ਵੇਦ ਨ ਗਾਈ। ਜਿਸ ਤਰ੍ਹਾਂ ਧਾਰਮਿਕ ਮਰਜ਼ਾਦਾ ਸੀ ਉਸ ਤਰੀਕੇ ਦੇ ਨਾਲ ਕਹਿੰਦੇ ਮਰਜ਼ਾਦਾ ਕੀਤੀ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਤੋ ਇੱਥੇ ਗੁਰੂ ਸਾਹਿਬ ਜੀ ਦੇ ਵਿਆਹ ਦੇ ਮੁਤਾਬਕ ਸੋ ਕਵੀ ਜੀ ਹੁਣਾਂ ਨੇ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਸੁਲਤਾਨਪੁਰ ਸਾਹਿਬ
ਹਟ ਸਾਹਿਬ ਕਰਨ ਤੋਂ ਬਾਅਦ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਆਹ ਦਾ ਪ੍ਰਸੰਗ ਜਿਹੜਾ ਉਹਨਾਂ ਦਰਜ ਕੀਤਾ ਹੈ। ਭਾਈ ਮਨੀ ਸਿੰਘ ਵਾਲੀ ਸਾਖੀ ਜਾਂ ਕੁਝ ਹੋਰ ਸਾਖੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਵਿਆਹ ਪਹਿਲੋਂ ਦਾ ਵੀ ਜਿਹੜਾ ਉਹ ਜ਼ਿਕਰ ਆਉਂਦਾ ਹੈ। ਜਦੋਂ ਇਹ ਜਿਹੜਾ ਹੁਣ ਜ਼ਿਕਰ ਕਵੀ ਜੀ ਕਰ ਰਹੇ ਨੇ, ਇਹ ਪੱਖੋ ਕੇ ਰੰਧਾਵੇ ਦਾ ਜ਼ਿਕਰ ਆ ਰਿਹਾ ਹੈ ਕਿ ਉੱਥੇ ਮਹਾਰਾਜ ਸੱਚੇ ਦੀ ਬਰਾਤ ਪਹੁੰਚੀ ਹੈ। ਪਰ ਬਟਾਲੇ ਦੇ ਵਿੱਚ ਕੰਧ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੀ ਨਿਸ਼ਾਨੀ ਅਜੇ ਤੱਕ ਕਾਇਮ ਹੈ, ਉਹ ਕੱਚੀ ਕੰਧ ਸੀ। ਤੋ ਇੱਥੇ ਕਿਉਂਕਿ ਜਿਹੜਾ ਮੂਲ ਚੰਦ ਜੀ ਸਨ, ਇਹਨਾਂ ਦਾ ਆਪਣਾ ਨਗਰ ਇਹ ਬਟਾਲਾ ਸੀ, ਤੇ ਪੱਖੋ ਕੇ ਰੰਧਾਵੇ ਜਿਹੜੇ ਨੇ, ਇਹ ਜਿਹੜੀ ਪੱਖੋ ਸੀ ਡੇਰਾ ਬਾਬਾ ਨਾਨਕ ਦੇ ਨੇੜੇ ਸੀ। ਦਰਿਆ ਦਾ ਇਸ ਪਰ ਰਾਵੀ ਦਾ ਵਹਿਣ ਦੇ ਨਾਲ ਉਹ ਪਿੰਡ ਢਹਿ ਗਿਆ ਸੀ। ਕਹਿੰਦੇ ਤਿੰਨੀ ਥਾਈਂ ਹੁਣ ਵਸਿਆ ਹੋਇਆ ਹੈ ਪੱਖੋ ਕੇ ਰੰਧਾਵੇ ਜਿਹੜੇ ਆ। ਰੰਧਾਵੇ ਗੋਤ ਵਾਲਿਆਂ ਦਾ ਸੋ ਨਗਰ ਸੀ, ਤੇ ਉੱਥੇ ਦੇ ਪਟਵਾਰੀ ਸਨ, ਇਸ ਕਰਕੇ ਉੱਥੇ ਰਹਿੰਦੇ ਸਨ। ਤੋ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਪ੍ਰਕਾਰ ਸੋ ਬਟਾਲੇ ਦੇ ਵਿੱਚ ਆਨੰਦ ਕਾਰਜ, ਕਿਉਂਕਿ ਇਹਨਾਂ ਦਾ ਇਹ ਆਪਣਾ ਨਗਰ ਸੀ, ਤੇ ਇੱਥੇ ਹੀ ਮਹਾਰਾਜ ਦਾ ਆਨੰਦ ਕਾਰਜ ਕੀਤਾ ਗਿਆ। ਹੁਣ ਜਿਹੜਾ ਇੱਥੇ ਮਹਾਰਾਜ ਜੀ ਦੇ ਵਿਆਹ ਦਾ ਪ੍ਰਸੰਗ ਹੈ, ਲਾਵਾਂ ਫੇਰਿਆਂ ਦਾ, ਉਹਦੇ ਵਿੱਚ ਇਸ ਪ੍ਰਕਾਰ ਸੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੰਸ਼ ਦੇ ਇੱਕ ਕਵੀ ਜੀ ਹੋਏ ਹਨ। ਉਹਨਾਂ ਨੇ ਇਸ ਪ੍ਰਕਾਰ ਸੋ 4 ਜਿਲਦਾਂ ਦੇ ਵਿੱਚ ਉਹਨਾਂ ਦਾ ਗ੍ਰੰਥ ਮਿਲਦਾ ਹੈ। ਉਹਦੇ ਵਿੱਚ ਉਹਨਾਂ ਨੇ ਜਿਹੜਾ ਹੈ ਜ਼ਿਕਰ ਕੀਤਾ ਮਹਾਰਾਜ ਦੇ ਵਿਆਹ ਦਾ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ, ਡਾਕਟਰ ਵੀਰ ਸਿੰਘ ਹੁਣਾਂ ਨੇ ਵੀ ਇਸ ਗੱਲ ਦਾ ਖੋਜ ਕਰਕੇ ਵੇਰਵਾ ਦਿੱਤਾ ਹੈ। ਇਹ ਜਿਸ ਵੇਲੇ ਮਹਾਰਾਜ ਸਤਿਗੁਰੂ ਜੀ ਨੂੰ ਜਿਸ ਵੇਲੇ ਵਿਆਹ ਦੀ ਗੱਲ ਚੱਲਦੀ ਹੈ, ਤੇ ਸਾਹਿਬ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਗੁਰੂ ਰੂਪ ਸਨ, ਤਾਂ ਸਤਿਗੁਰਾਂ ਨੇ ਕਿਰਪਾ ਕਰਕੇ ਉਸ ਵੇਲੇ ਹੁਕਮ ਕੀਤਾ, ਭਾਈ ਅਸੀਂ ਬੇਦੀ ਦੇ ਫੇਰੇ ਨਹੀਂ ਕਰ ਰਹੇ। ਜਿੱਦਾਂ ਗੁਰੂ ਸਾਹਿਬ ਨੇ ਜੰਝੂ ਨਹੀਂ ਸੀ ਪਾਇਆ, ਮਹਾਰਾਜ ਕਹਿੰਦੇ ਵੀ ਅਸੀਂ ਅੱਗ ਦੇ ਫੇਰੇ ਨਹੀਂ ਕਰ ਰਹੇ, ਕਿਉਂਕਿ ਸਾਡਾ ਜਿਹੜਾ ਇਸ਼ਟ ਹੈ, ਸਾਡਾ ਗੁਰੂ ਅਕਾਲ ਪੁਰਖ ਪਰਮੇਸ਼ਵਰ ਹੈ, ਅਸੀਂ ਉਸ ਦੇ ਫੇਰੇ ਕਰਾਂਗੇ। ਉੱਥੇ ਕਹਿੰਦੇ ਨੇ ਫਿਰ ਇਹ ਜਿਹੜੇ ਸੀ, ਇਹ ਚੋਣੇ ਜਿਹੜੇ ਸੀ ਇਕੱਠੇ ਹੋਏ ਮੂਲ ਚੰਦ ਜੀ ਦੀ ਗੋਤ ਵਾਲੇ, ਇਹ ਸਾਰੇ ਮੁੱਕਰ ਗਏ। ਕਹਿਣ ਲੱਗੇ ਜੇਕਰ ਲੜਕਾ ਨਹੀਂ ਨਾ ਮੰਨਦਾ ਸੋ ਇਹ ਬੇਦੀ ਦੇ ਫੇਰਿਆਂ ਨੂੰ, ਤੇ ਕਹਿੰਦੇ ਅਸੀਂ ਲੜਕੀ ਨਹੀਂ ਦੇਣੀ। ਉਸ ਵੇਲੇ ਵਿੱਚ ਖੱਤਰੀ ਭੰਡਾਰੀ ਗੋਤ ਦੇ ਬੈਠੇ ਹੋ ਸਨ। ਭੰਡਾਰੀ ਕਹਿਣ ਲੱਗੇ ਵੀ ਜੇ ਚੋਣਿਓ ਤੁਸੀਂ ਲੜਕੀ ਨਹੀਂ ਦੇਣੀ, ਅਸੀਂ ਆਪਣੇ ਨਗਰ ਦਾ ਜਿਹੜੀ ਆ ਬੇਇੱਜ਼ਤੀ ਨਹੀਂ ਕਰਾਉਣੀ, ਜੇ ਤੁਸੀਂ ਨਹੀਂ ਦਿੰਦੇ ਤੇ ਅਸੀਂ ਭੰਡਾਰੀ ਆਪਣੀ ਲੜਕੀ ਦੇ ਫੇਰੇ ਕਰਾਵਾਂਗੇ, ਮਹਾਰਾਜ ਦੀ ਬਰਾਤ ਅਸੀਂ ਵਾਪਸ ਨਹੀਂ ਮੋੜਦੇ। ਜਿਸ ਵੇਲੇ ਇਹ ਗੱਲ ਹੋਈ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਉੱਥੇ ਫਿਰ ਬਚਨ ਕੀਤਾ, ਕਹਿਣ ਲੱਗੇ ਚੋਣੇ ਚੁਣੇ ਜਾਣਗੇ, ਭੰਡਾਰੀ ਭਰੇ ਰਹਿਣਗੇ। ਇਹ ਗੁਰੂ ਸਾਹਿਬ ਦਾ ਵਾਰ ਹੋਇਆ ਸੀ। ਜਿਸ ਵੇਲੇ ਗੁਰੂ ਸਾਹਿਬ ਦਾ ਬਚਨ ਹੋ ਗਿਆ, ਉਸ ਵੇਲੇ ਚੋਣੇ ਸਾਰੇ ਫਿਰ ਡਰ ਗਏ। ਕਹਿੰਦੇ ਇਹਨਾਂ ਦੇ ਬਚਨ ਸਿੱਧ ਨੇ, ਤੇ ਮਹਾਰਾਜ ਨੇ ਜੇ ਕਿਰਪਾ ਕਰਤੀ ਸਾਡੀ ਤੇ ਵੰਸ਼ ਖਤਮ ਹੋ ਜੂ। ਫਿਰ ਇਹਨਾਂ ਨੇ ਗੁਰੂ ਸਾਹਿਬ ਦਾ ਬਚਨ ਮੰਨਿਆ। ਇਹ ਜਿਹੜੀ ਕੱਚੀ ਕੰਧ ਸੀ, ਪੁਰਾਣੀ ਸੀ, ਢਹਿਣ ਵਾਲੀ, ਇਸੇ ਕਰਕੇ ਹੀ ਗੁਰੂ ਸਾਹਿਬ ਜੀ ਮੰਨਦੇ ਨਹੀਂ ਸੀ। ਤੇ ਇਹ ਗੁਰੂ ਸਾਹਿਬ ਦਾ ਆਸਣ ਜਿਹੜਾ ਕੰਧ ਦੇ ਕੋਲ ਜਿਹੜਾ ਸੀ ਲਾਇਆ ਹੋਇਆ ਸੀ, ਤੇ ਇਸ ਪ੍ਰਕਾਰ ਖਿਆਲ ਸੀ ਕਿ ਸ਼ਰਾਰਤ ਨਾਲ ਕੁੜੀਆਂ ਨੂੰ ਕਹਿੰਦੇ ਧੱਕਾ ਮਾਰ ਕੇ ਕੰਧ ਉੱਤੇ ਸੁੱਟਦੇ, ਗੁਰੂ ਸਾਹਿਬ ਥੱਲੇ ਦਬ ਕੇ ਮਰ ਜਾਣਗੇ, ਕੰਮ ਮੁੱਕ ਜਾਊਗਾ। ਇਸੇ ਈਰਖਾ ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀ। ਜਿਸ ਵੇਲੇ ਬਿਰਧ ਮਾਤਾ ਨੇ, ਬਜ਼ੁਰਗ ਨੇ ਆਣ ਕਰਕੇ ਬਚਨ ਕੀਤਾ ਵੀ ਨੀਂਗਰ ਚੰਦਾ ਸੋਹਣਿਆ ਬੱਚਾ, ਕਹਿੰਦੇ ਆ ਤੇ ਤੇਰੇ ਨਾਲ ਕਹਿੰਦੇ ਛਲ ਕਰ ਰਹੇ, ਇਹ ਕੰਧ ਢਹਿਣ ਵਾਲੀ ਆ, ਇਹ ਤੇਰੇ ਤੇ ਸੁੱਟ ਕੇ ਨੁਕਸਾਨ, ਤੂੰ ਇਸ ਪ੍ਰਕਾਰ ਪਾਸੇ ਹੋ ਜਾ ਇੱਥੋਂ। ਉਸ ਮਾਤਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਬਚਨ ਕਰ ਦਿੱਤਾ ਸੀ, ਮਾਤਾ ਫਿਕਰ ਨਾ ਕਰ, ਇਹ ਕੰਧ ਢਹਿਣ ਵਾਲੀ ਨਹੀਂ, ਸਾਡੇ ਵਿਆਹ ਦੀ ਨਿਸ਼ਾਨੀ 4 ਯੁੱਗਾਂ ਤੱਕ ਇਹ ਰਹੂਗੀ। ਤੋ ਸਤਿਗੁਰੂ ਦੀ ਬਖਸ਼ਿਸ਼ ਨਾਲ ਉਸ ਕੰਧ ਨੂੰ ਉੱਪਰੋਂ ਛਿੱਲ ਕਰਕੇ ਥੱਲਿਓਂ ਉੱਚਾ ਗੁਰਦੁਆਰਾ ਬਣਾ ਕਰਕੇ ਤੋ ਕੰਧ ਸ਼ੀਸ਼ੇ ਵਿੱਚ ਮੜ ਕੇ ਰੱਖੀ ਆ। ਗੁਰੂ ਮਿਹਰ ਕਰੇ 4 ਯੁੱਗਾਂ ਤੋਂ ਵੀ ਵੱਧ ਰਹੂ। ਗੁਰੂ ਦੀ ਬਖਸ਼ਿਸ਼ ਬਚਨ ਗੁਰੂ ਸਾਹਿਬ ਦਾ ਹੋਇਆ। ਇਉਂ ਫਿਰ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਤੋ ਕਵੀ ਸੰਤ ਰੇਣ ਜੀ ਇਸ ਪ੍ਰਕਾਰ ਗੁਰਪੁਰ ਪ੍ਰਕਾਸ਼ ਉਸ ਗ੍ਰੰਥ ਦਾ ਨਾਂ ਹੈ, ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ, ਦਾਸ ਨੇ ਆਪ ਪੜ੍ਹਿਆ। ਕਹਿੰਦੇ ਫਿਰ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਚੰਦਨ ਦੀ ਚੌਂਕੀ ਮੰਗਾ ਕੇ ਉਸ ਤੇ ਕਾਗਜ਼ ਰੱਖ ਕੇ ਤੇ ਮੂਲ ਮੰਤਰ ਲਿਖਿਆ। ਮੂਲ ਮੰਤਰ ਲਿਖ ਕਰਕੇ ਚੰਦਨ ਦੀ ਚੌਂਕੀ ਤੇ ਰਮਾਲਾ ਪਾ ਕੇ ਉਸ ਦੀਆਂ ਪ੍ਰਕਰਮਾਂ 4 ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਆਨੰਦ ਕਾਰਜ ਕੀਤਾ ਸੀ। ਇਹ ਜ਼ਿਕਰ ਉਹਦੇ ਵਿੱਚ ਜਿਹੜਾ ਹੈ ਮਿਲਦਾ ਹੈ। ਤੋ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਨੇ ਸੋ ਇਉਂ ਬਖਸ਼ਿਸ਼ ਕਰਕੇ ਇਸ ਬਟਾਲੇ ਨਗਰ ਦੇ ਵਿੱਚ ਇੱਕ ਗੁਰਦੁਆਰਾ ਕੰਧ ਸਾਹਿਬ ਹੈ, ਤੇ ਜਿੱਥੇ ਗੁਰੂ ਪਾਤਸ਼ਾਹ ਦੇ ਸ਼ੇਰੇ ਸਦਬੱਧੇ ਸੀ ਜਾਂ ਬਰਾਤ ਦਾ ਡੇਰਾ ਸੀ, ਉੱਥੇ ਵੀ ਗੁਰਦੁਆਰਾ ਬਣਿਆ। 2 ਗੁਰਦੁਆਰੇ ਉੱਥੇ ਬਟਾਲੇ ਦੇ ਵਿੱਚ ਹੈਗੇ ਗੁਰੂ ਸਾਹਿਬ ਦੀ ਯਾਦ ਵਿੱਚ। ਤੇ ਇਸ ਤਰੀਕੇ ਦੇ ਨਾਲ ਧੰਨ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕਹਿੰਦੇ ਫੇਰੇ ਹੋਏ ਨੇ ਫਿਰ ਦੋਹਰਾ
ਅੰਦਰ ਸੁੰਦਰ ਸਦਨ ਤੇ। ਤੋ ਸੋਹਣੇ ਜਿਹੜੇ ਫੇਰਿਆਂ ਦੀ ਤਿਆਰੀ ਹੋ ਗਈ ਹੈ, ਸੋਹਣੇ ਸੁੰਦਰ ਘਰ ਮਕਾਨ ਦੇ ਵਿੱਚੋਂ ਲਿਆਏ ਮੋਦ ਬਿਲੰਦ। ਬੜੇ ਖੁਸ਼ੀ ਦੇ ਨਾਲ ਇਸ ਪ੍ਰਕਾਰ ਲਿਆਂਦਾ ਹੈ ਜੀ। ਲਖਮੀ ਰੂਪ ਸੁਲੱਖਣੀ। ਲక్ష్ਮੀ ਦਾ ਰੂਪ ਸਾਡੇ ਜਗਤ ਮਾਤਾ ਸੁਲੱਖਣੀ ਜੀ ਨੂੰ ਲਿਆਂਦਾ ਹੈ ਤਿਗ ਜੀ। ਸ੍ਰੀ ਨਾਨਕ ਚੰਦ। ਧੰਨ ਚੰਦਰਮਾ ਸਰੀਖੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਲਿਆਣ ਕੇ ਬਿਠਾਇਆ ਹੈ ਜੀ। ਚਿਤਰਪਦਾ ਛੰਦ ਪੰਕਜ ਨੈਣ ਬਨੇ ਦਿਸ ਦਾਹਨ। ਧੰਨ ਕਮਲ ਸਰੀਖੇ ਨੇਤਰਾਂ ਵਾਲੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸੱਜੇ ਪਾਸੇ ਬੈਠੇ ਹਨ। ਸ੍ਰੀ ਮਹਿਲਾ ਕੀ ਬਾਮ ਜੇ ਅੰਗਾ। ਤੋ ਇਸ ਪ੍ਰਕਾਰ ਸਾਡੇ ਮਾਤਾ ਸੁਲੱਖਣੀ ਜੀ ਨੂੰ ਖੱਬੇ ਪਾਸੇ ਗੁਰੂ ਸਾਹਿਬ ਦੇ ਬਿਠਾਇਆ ਗਿਆ ਹੈ। ਦੀਪਤ ਕੀਨ ਹੁਤਾਸਨ ਕੋ ਦਿਜ। ਤੋ ਕਹਿੰਦੇ ਇਸ ਪ੍ਰਕਾਰ ਸੋ ਰੋਸ਼ਨੀ ਵਾਸਤੇ ਬਹੁਤ ਸਾਰੇ ਦੀਵੇ ਬਾਲੇ ਹੋਏ ਸਨ। ਤਿਜ ਪੂਜ ਵਿਨਾਇਕ ਚੰਦਨ ਸੰਗਾ। ਸੋਹਣੇ ਚੰਦਨ ਆਦੀਆਂ ਸੁਗੰਧੀਆਂ ਦੇ ਨਾਲ ਇਸ਼ਟ ਦੇਵ ਪਰਮੇਸ਼ਰ ਦੀ ਪੂਜਾ ਕੀਤੀ ਗਈ ਹੈ। ਧਾਰ ਸਰੋ ਵਿਖਿਆ ਸਰਪੀ। ਤਾਂ ਫਿਰ ਉਸ ਵੇਲੇ ਕਹਿੰਦੇ ਨੇ ਸਰੋਏ ਚਮਚੇ ਹੁੰਦੇ ਨੇ, ਇਹ ਲੱਕੜ ਦੇ ਬਣੇ ਹੁੰਦੇ ਨੇ। ਜਿਸ ਵੇਲੇ ਹਵਨ ਕਰਦੇ ਨਾ ਇਹ ਇਸ ਪ੍ਰਕਾਰ ਪੰਡਤ ਲੋਕ ਵੇਦ ਵਿਧੀ ਅਨੁਸਾਰ, ਤੇ ਉਹ ਘਿਓ ਪਾਉਣ ਵਾਸਤੇ ਜਿਹੜੇ ਚਮਚੇ ਹੁੰਦੇ ਨੇ ਲੱਕੜੀ ਦੇ, ਉਹਨਾਂ ਸਰੋਏ ਬੋਲਦੇ ਨੇ। ਕਹਿੰਦੇ ਸਰੋਇਆਂ ਦੇ ਨਾਲ ਇਸ ਪ੍ਰਕਾਰ ਘਿਓ ਜਿਹੜਾ ਅਸੀਂ ਉਹ ਚੱਕਦੇ ਹਨ। ਮਦ ਪਾਵਕ ਪਾਵਤ ਜੋਤਿ ਅਭੰਗਾ। ਤੋ ਇਸ ਪ੍ਰਕਾਰ ਰੋਸ਼ਨੀ ਵਾਲੇ ਦੀਵਿਆਂ ਵਿੱਚ ਬੜੇ ਪ੍ਰੇਮ ਦੇ ਨਾਲ ਪਾਉਂਦੇ ਹਨ ਉਹ। ਲੇ ਪਵਾਰ ਫਿਰੇ ਵਰ ਚਾਰ। ਚਾਰ ਪ੍ਰਕਰਮਾਂ ਕਰਕੇ ਪੱਲਾ ਫੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਕਰਮਾਂ ਕੀਤੀਆਂ ਹਨ। ਸੁਹਾਵਤ ਜਿਉ ਰਤ ਸੰਗ ਅਨੰਗਾ। ਇਸ ਇਸ ਪ੍ਰਕਾਰ ਕਹਿੰਦੇ ਰਤੀ ਦੇ ਨਾਲ ਜਿਵੇਂ ਕਾਮਦੇਵ ਜੀ ਇਸ ਪ੍ਰਕਾਰ ਫੱਬਦੇ ਨੇ, ਸੋ ਇਸ ਤਰ੍ਹਾਂ ਧੰਨ ਸਤਿਗੁਰੂ ਜੀ ਦੀ ਸੋਭਾ ਬਣੀ ਹੈ ਸੁੰਦਰ। ਛਪੈ ਇਤ ਪ੍ਰੋਧਾ ਹਰ ਦਇਆਲ। ਇਧਰੋਂ ਸੋ ਹਰਦਿਆਲ ਪ੍ਰੋਤ ਜੀ ਜਿਹੜੇ ਹਨ, ਹਰ ਮੂਲੇ ਕੋ ਪ੍ਰਯੋਧਾ। ਉਧਰ ਮੂਲ ਚੰਦ ਜੀ ਦਾ ਪ੍ਰੋਹਤ ਹੈ। ਪੜ ਕੇ ਸਾਖੋ ਚਾਰ। ਇਹਨਾਂ ਨੇ ਫਿਰ ਗੋਤਰਾਚਾਰ ਸਾਖੋਚਾਰ ਜਿਹੜਾ ਹੈ, ਭਈ ਇਹ ਸਾਖ ਕਿੱਥੋਂ ਚੱਲਦੀ ਹੈ। ਜਿਸ ਤਰ੍ਹਾਂ ਬੇਦੀ ਬੰਸ ਦਾ ਜ਼ਿਕਰ ਦਸਮ ਗ੍ਰੰਥ 'ਚ ਗੁਰੂ ਸਾਹਿਬ ਨੇ ਕੀਤਾ, ਜਿਨ੍ਹਾਂ ਵੇਦ ਪਠਿਓ ਸੇ ਬੇਦੀ ਕਹਾਇਓ, ਉਹਨਾਂ ਨੇ ਗੋਤਰਾਚਾਰ ਇਧਰੋਂ ਗਾਇਆ ਹੈ। ਜਿਹੜਾ ਦੂਸਰਾ ਪ੍ਰੋਹਤ ਸੀ ਮੂਲ ਚੰਦ ਜੀ ਦਾ, ਉਹਨਾਂ ਦੀ ਗੋਤ ਦਾ ਗੋਤਰਾਚਾਰ ਪਈ ਵੱਡਿਆਂ ਦੀ ਵਡਿਆਈ ਕੀਤੀ ਹੈ। ਗੋਤਰ ਐਦਰਕ ਕਰ ਸੋਧਾ। ਤੋ ਜੋ ਗੋਤਰ ਐਦਰਕ ਜਿਹੜੇ ਪੁੱਤਰ ਵਾਲੇ ਸਨ, ਪੁੱਤਰ ਇਤੇ ਪਰਿਵਾਰ ਦਾ ਗੋਤਰ ਸੋਧ ਕਰਕੇ ਉਹ ਸੁਣਾਇਆ ਵੀ ਫਲਾਣੇ ਦਾ ਫਲਾਣਾ ਇਸ ਤਰੀਕੇ ਦੇ ਨਾਲ ਦੱਸਿਆ। ਪੁੱਤ ਕਹਿ ਚੋਣਾ ਗੋਤ ਰੀਤ। ਉਧਰੋਂ ਕਹਿੰਦੇ ਚੋਣੇ ਗੋਤ ਦੀ ਰੀਤ ਜਿਹੜੀ ਹੈ ਉਹ ਦੱਸੀ ਉਹਨਾਂ ਨੇ। ਰੀਤ ਜਿਉ ਨੀਕ ਸੁਹਾਈ। ਜਿਸ ਤਰੀਕੇ ਨਾਲ ਉਹਨਾਂ ਦੀ ਸੁੰਦਰ ਮਰਿਆਦਾ ਸੋਭਦੀ ਸੀ ਵੱਡਿਆਂ ਤੋਂ ਵੱਡਿਆਂ ਦੀ, ਉਹ ਸਾਰੀ ਸੁਣਾਈ ਹੈ। ਸੁਣ ਕਰ ਨਾਰ ਤੇ ਕਾਲ। ਸੁਣ ਕਰਕੇ ਸਾਰੇ ਲੋਕਾਂ ਨੇ ਜਿਸ ਵੇਲੇ ਇਹ ਜਸ ਸੁਣਿਆ ਦੋਨਾਂ ਪਾਸਿਆਂ ਦਾ, ਰਹੇ ਹਿਰਦੈ ਹਰ ਖਾਈ। ਸਾਰੇ ਹੀ ਹਿਰਦੇ ਬਹੁਤ ਪ੍ਰਸੰਨ ਖੁਸ਼ ਹੋਏ ਹਨ। ਸਭ ਲੋਕਕ ਵੈਦਕ ਵਿਦ ਕਰੀ। ਸਭ ਸਮਾਜ ਦੀਆਂ ਧਾਰਮਿਕ ਰੀਤੀਆਂ ਸਾਰੀਆਂ ਕੀਤੀਆਂ ਹਨ ਉਸ ਵੇਲੇ। ਜਿਉਂ ਜਿਉਂ ਦਿਜਨ ਰਜਾਏ ਦੇ। ਜਿਵੇਂ ਜਿਵੇਂ ਪੂਜਨੀਕ ਬਜ਼ੁਰਗਾਂ ਨੇ ਰਜਾਈ ਦਿੱਤੀ, ਹੁਕਮ ਕੀਤਾ, ਉਸੇ ਤਰ੍ਹਾਂ ਕੀਤਾ ਗਿਆ ਹੈ। ਇਵ ਪ੍ਰਾਨ ਗ੍ਰਹਿਣ ਕੇ ਦਾਨ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਦਾ ਆਨੰਦ ਕਾਰਜ ਵਿਆਹ ਹੋਇਆ, ਬੜਾ ਦਾਨ ਕੀਤਾ ਹੈ। ਕੀਏ ਸਵਸਤ ਬੋਲ ਵਾਰ ਬਿਪਰ ਲੀਏ। ਤੋ ਬੜੇ ਸੋਹਣੇ ਬ੍ਰਾਹਮਣਾਂ ਨੇ ਸਵਸਤ ਜੋ ਸੁਖਦਾਈ ਬਚਨ ਕਹਿਣੇ ਹਨ, ਕਲਿਆਣ ਵਾਲੇ ਬਚਨ, ਸੁਖ ਵਾਲੇ ਕਹਿ ਕੇ ਦਾਨ ਲਿਆ ਹੈ। ਅੜੇ ਲੈ ਲਾਵਾਂ ਤੇ ਥਾਨ। ਉਸ ਜਗ੍ਹਾ ਤੇ ਲਾਵਾਂ ਲੈ ਕੇ ਸਾਹਿਬ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਗਏ ਪੁਨ ਸਿਵਰ ਮੈਂ। ਫਿਰ ਆਪਣੇ ਡੇਰੇ ਵਿੱਚ ਗਏ ਹਨ, ਜਿੱਥੇ ਬਰਾਤ ਦਾ ਡੇਰਾ ਸੀ। ਬਜੀ ਗੁੜਾਕਾ ਭਏ। ਤੋ ਫਿਰ ਭਾਈ ਰਾਤ ਹੋ ਗਈ ਸੀ। ਫਿਰ ਇਸ ਪ੍ਰਕਾਰ ਸੋ ਆਰਾਮ ਕੀਤਾ, ਨੀਂਦ ਵਸ ਹੋਏ ਸਾਰੇ। ਆਨ ਨਿਜ ਠਵਰ ਮੈਂ। ਆਪਣੇ ਟਿਕਾਣੇ ਤੇ ਆਣ ਕੇ ਸੁਖ ਲਿਆ ਹੈ। ਤਿਮਰ ਤਰਜਾਮਾ ਛਾਏ। ਕਹਿੰਦੇ ਨੇ ਰਾਤ ਦਾ ਹਨੇਰਾ ਇਉਂ ਛਾ ਗਿਆ ਹੈ। ਅੱਗੇ ਅਗਿਆਨ ਜਿਉ। ਅਗਿਆਨੀ ਦੇ ਹਿਰਦੇ ਵਿੱਚ ਜਿਵੇਂ ਅਗਿਆਨ ਦਾ ਹਨੇਰਾ, ਇਉਂ ਕਹਿੰਦੇ ਹਨੇਰਾ ਛਾਇਆ ਹੈ। ਹੋ ਵਿਸ਼ਾ ਮਨੋਰਥ ਅਨਕ। ਅਨੇਕ ਪ੍ਰਕਾਰ ਦੇ ਮਨਾਂ ਵਿੱਚ ਫੁਰਨੇ ਲੋਕਾਂ ਦੇ ਹਨ। ਸੋ ਉਡਗਣ ਚਮਕਤਿਉ। ਮਾਨੋ ਕਿ ਉਹ ਤਾਰਿਆਂ ਦੇ ਨਹੀਂ ਚਮਕਦੇ ਹਨ ਜਿਹੜੇ ਫੁਰਨੇ ਹਨ। ਕਬਿਤ ਭਇਓ ਅਰਦੌਣ ਅਰ ਚੂੜਨ ਕੋ ਬੋਲੇ ਰਾਵ। ਤੋ ਕਹਿੰਦੇ ਨੇ ਜਿਸ ਵੇਲੇ ਸੋ ਇਸ ਪ੍ਰਕਾਰ ਸੋ ਸਵੇਰ ਦਾ ਵੇਲਾ ਹੋਇਆ ਹੈ, ਸੋ ਅਰਨ ਚੂੜ ਕੁੱਕੜ ਬੋਲੇ ਹਨ, ਤੇ ਇਸ ਤਰੀਕੇ ਦੇ ਨਾਲ ਸੋ ਸੂਰ ਚੜ੍ਹਨ ਦਾ ਸਮਾਂ ਹੋਇਆ ਜਦੋਂ। ਖਿਰੇ ਅਰ ਬਿੰਦ ਪਰ ਸਾਰੰਗ ਸੋ ਡੋਲਹੀ। ਤੋ ਕਹਿੰਦੇ ਨੇ ਭਾਈ ਸੂਰਜ ਦੇ ਚੜ੍ਹਨ ਦੇ ਨਾਲ
ਜਿਹੜੇ ਨੇ ਕਮਲ ਦੇ ਫੁੱਲ ਨੇ ਉਹ ਖਿੜ ਗਏ ਨੇ। ਉਹਨਾਂ ਖਿੜੇ ਹੋਏ ਫੁੱਲਾਂ ਦੇ ਉੱਤੇ ਭੌਰੇ ਜਿਹੜੇ ਗੂੰਜਣ ਲੱਗ ਪਏ ਹਨ। ਪ੍ਰਾਚੀ ਪਿਹਰਾਨੀ ਚਾਰੂ ਚਟਕਾ ਚੁਚਾਨੀ। ਤੋ ਪ੍ਰਾਚੀ ਜੋ ਪੂਰਬ ਦਿਸ਼ਾ ਹੈ ਉਧਰ ਇਸ ਪ੍ਰਕਾਰ ਸੋ ਸੋਹਣਾ ਚਾਨਣ ਹੋ ਗਿਆ ਹੈ ਤੇ ਚਿੜੀਆਂ ਜਿਹੜੀਆਂ ਹਨ ਚੂਕਣ ਲੱਗ ਪਈਆਂ ਹਨ। ਪਾਣੀ ਚੱਕਰ ਵਾਕ ਮਿਲੇ ਬੋਲ ਬੋਲ ਕੇ ਕਲੋਲ ਹੀ। ਇਸ ਪ੍ਰਕਾਰ ਚੱਕਵੀ ਚੱਕਵਾ ਚੱਕਰ ਵਾਕ ਜਿਹੜੇ ਹਨ ਬੋਲ ਕੇ ਇੱਕ ਦੂਸਰੇ ਨਾਲ ਮਿਲ ਕਰਕੇ ਕਲੋਲਾਂ ਕਰਦੇ ਖੁਸ਼ ਹੁੰਦੇ ਹਨ। ਭਾਜੇ ਦੂਤ ਚੋਰਪੁਰ ਗ੍ਰਾਮਨ ਕੋ ਸ਼ੋਰ ਸ਼ੋਰ। ਸ਼ਹਿਰਾਂ ਨੂੰ ਪਿੰਡਾਂ ਨੂੰ ਜਿਹੜੇ ਇਸ ਪ੍ਰਕਾਰ ਚੋਰ ਲੋਕ ਨੇ ਉਹ ਤਾਂ ਲੋਕਾਂ ਤੋਂ ਡਰਦੇ ਛੱਡ ਕੇ ਭੱਜ ਗਏ ਨੇ। ਰਾਹੀ ਮੁਸਾਫਰ ਜਿਹੜੇ ਨੇ ਸੋਹਣਾ ਰਸਤਾ ਜਾਣ ਕਰਕੇ ਉਹ ਚੱਲ ਪਏ ਹਨ। ਭਾਨ ਕਰ ਦੌਰੀ ਗੈਨ ਸੰਖ ਮੁਖ ਬੋਲ ਹੀ। ਤੋ ਇਸ ਪ੍ਰਕਾਰ ਧਰਮ ਸਥਾਨਾਂ ਤੇ ਸ਼ੰਖ ਬੋਲਣੇ ਸ਼ੁਰੂ ਹੋ ਗਏ ਨੇ। ਰਾਤ ਜਿਹੜੀ ਹੈ ਉਹ ਪਲਾ ਗਈ, ਦੂਰ ਹੋ ਗਈ ਹੈ। ਉੱਡਗਨ ਸਨ ਭਇਓ ਤਿਮਰ ਨਿਧਨ ਘਨ ਗਿਆਨ ਜੈਸੇ। ਤੋ ਜਿਸ ਤਰੀਕੇ ਦੇ ਨਾਲ ਗਿਆਨੀ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਦੂਰ ਹੁੰਦਾ ਹੈ, ਇਸੇ ਤਰੀਕੇ ਦੇ ਨਾਲ ਜਿਹੜੀ ਰਾਤ ਸੀ ਉਹ ਆਕਾਸ਼ ਮੰਡਲ ਵਿੱਚੋਂ ਦੂਰ ਹੋ ਗਈ ਹੈ। ਮੋਹ ਸੈਨ ਹਨੇ ਝੱਕ ਝੋਲ ਹੀ। ਤੋ ਇਸ ਪ੍ਰਕਾਰ ਮੋਹ ਦੀ ਸੈਨਾ ਨੂੰ ਸੋ ਇਸ ਪਰ ਝਕਝੋਲ ਹੀ ਸਾਰੀ ਨੂੰ ਹਿਲਾ ਕੇ ਜਿਵੇਂ ਗਿਆਨਵਾਨ ਦੂਰ ਕਰ ਦਿੰਦਾ ਹੈ। ਸੋਰਠਾ ਨਿੰਦਰਾ ਤਜੀ ਦਇਆਰ ਜਿਉ। ਨਿੰਦਰਾ ਚਲੀ ਤਜੀ ਦਿਆਲੂ ਸਤਿਗੁਰੂ ਪਾਤਸ਼ਾਹ ਜੀ ਨੇ ਨਿੰਦਰਾ ਦਾ ਤਿਆਗ ਕੀਤਾ, ਜਾਗੇ ਹਨ। ਜਿਉ ਗਿਆਨੀ ਹਿਤ ਅੰਗਨਾ। ਜਿਸ ਤਰੀਕੇ ਨਾਲ ਗਿਆਨੀ ਜਿਸ ਵੇਲੇ ਗਿਆਨਵਾਨ ਹੋ ਜਾਂਦਾ ਹੈ ਇਸਤਰੀਆਂ ਦਾ ਮੋਹ ਤਿਆਗ ਦਿੰਦਾ ਹੈ। ਜਾਗਰਤਤਾ ਤਨ ਧਾਰ। ਸਰੀਰ ਦੇ ਵਿੱਚ ਗੁਰੂ ਸਾਹਿਬ ਜੀ ਜਾਗਰਤ ਲਿਆਂਦੀ ਜਾਗ ਪਏ ਹਨ। ਜਿਉ ਆਨੰਦਤਾ ਭਗਤ ਮੈਂ। ਜਿਸ ਤਰ੍ਹਾਂ ਭਗਤੀ ਕਰਨ ਵਾਲੇ ਦੇ ਮਨ ਵਿੱਚ ਆਨੰਦ ਹੁੰਦਾ ਹੈ ਇਉਂ ਗੁਰੂ ਸਾਹਿਬ ਜੀ ਜਾਗੇ ਹਨ। ਚਿਤਰ ਪਦਾ ਛੰਦ ਕੀਨ ਸਨਾਨ ਦਇਓ ਪੁਨ ਦਾਨ। ਮੇਰੇ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਇਸ਼ਨਾਨ ਕੀਤਾ ਹੈ, ਫਿਰ ਦਾਨ ਦਿੱਤਾ ਬਹੁਤ। ਸਮਾਨ ਸੋ ਮਾਨ ਸੋ ਰਾਗਹਿ ਦੁਆਖਾ। ਤੇ ਜਿਸ ਗੁਰੂ ਨਾਨਕ ਪਾਤਸ਼ਾਹ ਨੂੰ ਰਾਗ ਤੇ ਦੁਆਖ ਬਰਾਬਰ ਹੀ ਹਨ, ਨਾ ਕਿਸੇ ਨਾਲ ਮੋਹ ਹੈ ਤੇ ਨਾ ਕਿਸੇ ਨਾਲ ਈਰਖਾ। ਧੰਨ ਗੁਰੂ ਨਾਨਕ ਰਾਗ ਹੁੰਦਾ ਹੈ ਜਿਹੜਾ ਕਿਸੇ ਦੇ ਨਾਲ ਮੋਹ ਕਰਨਾ ਹੈ, ਦੁਆਖ ਜਿਹੜਾ ਹੈ ਕਿਸੇ ਨਾਲ ਈਰਖਾ ਕਰਨੀ। ਤੋ ਇਹ ਮਹਾਰਾਜ ਸਤਿਗੁਰੂ ਵਾਸਤੇ ਬਰਾਬਰ ਹੀ ਹਨ, ਨਾ ਮਹਾਰਾਜ ਹਿਰਦੇ 'ਚ ਕਿਸੇ ਦਾ ਮੋਹ, ਨਾ ਕਿਸੇ ਨਾਲ ਈਰਖਾ ਹੈ ਜੀ। ਧਾਰ ਦੁਕੂਲ ਭਲੇ ਭਾਵ ਮੂਲ। ਸਾਰੇ ਸੰਸਾਰ ਦੇ ਮੂਲ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ਼ਨਾਨ ਕਰਕੇ ਸੋਹਣਾ ਬਸਤਰ ਜਿਹੜਾ ਹੈ ਲੈ ਕਰਕੇ ਹਜੂਰ ਜੀ ਨੇ ਸਰੀਰ ਤੇ ਓਢਿਆ ਹੈ। ਹਰੈ ਤਨ ਸੂਲਨ ਕਿੰਕਰ ਸਿੱਖਾ। ਸਿੱਖਾ ਬਹੁਤ ਹੀ ਆਪਣੇ ਕਿੰਕਰ ਸਿੱਖਾਂ ਸੇਵਕਾਂ ਦੇ ਸੋ ਦੁੱਖਾਂ ਨੂੰ ਦੂਰ ਕਰਨ ਵਾਲੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ। ਬੇਦਨ ਬੰਸ ਸਰੋਜਨ ਸੂਰਜ। ਤੋ ਭਾਈ ਬੇਦੀ ਬੰਸ ਜਿਹੜੀ ਹੈ ਉਹ ਕਮਲਾਂ ਦੀ ਨਿਆਈ ਹੈ। ਉਸ ਬੰਸ ਨੂੰ ਸੋ ਖੜਾਉਣ ਵਾਲੇ, ਸੋਭਾ ਦੇਣ ਵਾਲੇ ਸੂਰਜ ਰੂਪ ਗੁਰੂ ਨਾਨਕ ਸਾਹਿਬ ਜੀ ਹਨ। ਭੂਖਨ ਉਖਤ ਸੋਹੇ ਵਿਸ਼ੇਖਾ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਨੇ ਭੂਖਨ ਆਦ ਗਹਿਣੇ ਬਸਤਰ ਆਦ ਧਾਰਨ ਕੀਤੇ ਹਨ, ਬਹੁਤ ਭਾਰੀ ਵਿਸ਼ੇਸ਼ ਸੋਭਾ ਹੋਈ ਹੈ। ਰੂਪ ਅਨੂਪਮ ਸ਼ਾਂਤ ਮਨੋ। ਧੰਨ ਉਪਮਾ ਤੋਂ ਰਹਿਤ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਸ਼ਾਂਤ ਸਰੂਪ ਹੈ ਜੋ। ਕੀ ਗਿਆਨ ਅਸ਼ਾਦਨ ਜਿਉ ਧਾਰ ਬੇਖਾ। ਮੇਰੇ ਸਤਿਗੁਰੂ ਜੀ ਨੇ ਇਹ ਵੇਖ ਇਉਂ ਧਾਰਿਆ, ਕਵੀ ਜੀ ਨੇ ਅਲੰਕਾਰ ਬਣਾਇਆ ਹੈ। ਇਸ਼ਨਾਨ ਕਰਕੇ ਸਤਿਗੁਰੂ ਨੇ ਸੁੰਦਰ ਬਸਤਰ ਦੀ ਬੁੱਕਲ ਮਾਰੀ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਇਹ ਜਿਹੜਾ ਵੇਸ਼ ਬਣਾਇਆ ਨਾ ਇਸ ਪ੍ਰਕਾਰ ਸੋ ਦੂਲੇ ਦਾ, ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਸ਼ਾਂਤ ਰੂਪ ਹਨ ਤੇ ਆਪਣੇ ਗਿਆਨ ਦੇ ਨਾਲ ਉਸ ਨੂੰ ਜਿਵੇਂ ਮਹਾਰਾਜ ਨੇ ਢੱਕਿਆ ਹੋਇਆ ਹੈ, ਇਸੇ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੇਖ ਜਿਹੜਾ ਹੈ ਸੁੰਦਰ ਬਣਾਇਆ ਹੈ ਆਪਣਾ। ਸਵਈਆ ਸੀਸ ਬੱਧਾ ਸਿਰ ਪੇਚ ਫੱਬੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੀਸ ਤੇ ਬੰਨਿਆ ਹੋਇਆ ਦਸਤਾਰਾ ਫੱਬਦਾ ਸੁੰਦਰ। ਕਰ ਮਾਲ ਬਣੀ ਮੁਕਤਾਨ ਕੀ। ਤੋ ਗਲ ਵਿੱਚ ਮੋਤੀਆਂ ਦੀ ਮਾਲਾ ਬਣੀ ਹੋਈ ਪਹਿਰੀ ਹੋਈ ਹੈ। ਲੋਚਨ ਲੋਲ ਬਿਲੋਕਤ ਲੋਕਨ। ਧੰਨ ਮੇਰੇ ਸਤਿਗੁਰੂ ਜੀ ਸੋਹਣੇ ਨੇਤਰਾਂ ਦੇ ਚੰਚਲਤਾ ਦੇ ਨਾਲ ਜਦੋਂ ਤੱਕਦੇ ਹਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲ। ਪੀਰ ਹਰੈ ਅਗ ਜਾਲਨ ਕੀ। ਬਹੁਤ ਸਾਰੇ ਪਾਪਾਂ ਦੀ ਪੀੜ ਨੂੰ ਮਹਾਰਾਜ ਕੱਟ ਦਿੰਦੇ, ਦੂਰ ਕਰ ਦਿੰਦੇ ਹਨ। ਸੁੰਦਰ ਜਿਉ ਅਰਬਿੰਦ ਖਿਰਾ। ਸਤਿਗੁਰੂ ਜੀ ਦਾ ਸਰੂਪ ਇਉਂ ਹੈ ਜਿਵੇਂ ਸੋਹਣਾ ਸੁੰਦਰ ਕਮਲ ਦਾ ਫੁੱਲ ਖਿੜਿਆ ਹੋਵੇ। ਸੁੰਦਰ ਜਿਉ ਅਰਬਿੰਦ ਖਿਰਾ ਮੁਖ। ਮੇਰੇ ਸਤਿਗੁਰੂ ਦਾ ਮੁਖ ਇਉਂ ਹੈ ਜਿਵੇਂ ਸੋਹਣਾ ਕਮਲ ਫੁੱਲ ਖਿੜਿਆ ਹੋਵੇ। ਜਾਂ ਗਤ ਕੀਨ ਬਿਹਾਲਨ ਕੀ। ਇਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਜਿੱਧਰ ਵੀ ਤੱਕਦੇ ਹਨ ਖੁਸ਼ੀਆਂ ਵੰਡਦੇ ਹਨ। ਕੁੰਡਲ ਡੋਲ ਕਪੋਲ ਅਮੋਲ। ਅਮੋਲ ਕਹੀ ਮਹਾਰਾਜ ਦੇ ਚਿਹਰੇ ਦੇ ਉੱਤੇ ਸੋਹਣੇ ਕਵੀ ਜੀ ਕਹਿੰਦੇ ਤੁੰਗਲ ਪਾਏ ਹੋਏ ਜਿਹੜੇ ਨੇ ਇਸ ਪ੍ਰਕਾਰ ਫੱਬ ਰਹੇ ਨੇ।
ਗਿਰਾ ਜਿਹ ਗਿਆਨ ਸਿਖਾਲਨ ਕੀ। ਤੇ ਮੇਰੇ ਸਤਿਗੁਰੂ ਦੀ ਬਾਣੀ ਗਿਆਨ ਨੂੰ ਸਿਖਾਉਣ ਵਾਲੀ ਆ, ਜੋ ਬਚਨ ਬੋਲਦੇ ਸੁੰਦਰ। ਅੜਿਲ ਕਾਲੂ ਲਾਲੂ ਆਦ ਸੋ ਵੇਦੀ। ਤੋ ਜਿੰਨੇ ਬੇਦੀ ਮਹਿਤਾ ਕਾਲੂ ਜੀ, ਚਾਚਾ ਲਾਲ ਚੰਦ ਜੀ ਗੁਰੂ ਸਾਹਿਬ ਦੇ, ਕਾਲੂ ਲਾਲੂ ਆਦ ਸੋ ਵੇਦੀ ਰਾਜਈ। ਸੋਹਣੇ ਫੱਬ ਰਹੇ ਹਨ ਭਾਈ ਸਾਰੇ ਮਿਲ ਕਰਕੇ ਉਸ ਵੇਲੇ। ਅਲੰਕਾਰ ਪਟ ਰੁਚਰ ਸਭਾਸਤ ਸਾਜਈ। ਸਭਾ ਸਾਧ ਕਹਿੰਦੇ ਸੋਹਣੀ ਸਭਾ ਇਹਨਾਂ ਦੀ ਫੱਬੀ ਹੋਈ ਹੈ, ਸੁੰਦਰ ਵਸਤਰਾਂ ਨੂੰ ਧਾਰਨ ਕਰਕੇ। ਬਹੁਤ ਚਾਚੇ ਬਹੁਤ ਜਾਚਕ ਕੀ ਭੀਰ ਲੇਤ ਹੈ ਆਨ ਕੈ। ਤੋ ਜਿਸ ਵੇਲੇ ਖੁਸ਼ੀ ਦਾ ਸਮਾਂ ਹੋਇਆ ਹੈ, ਬਹੁਤ ਸਾਰੀ ਗਰੀਬ ਮੰਗਤਿਆਂ ਦੀ ਭੀੜ ਆ ਗਈ ਹੈ। ਤੋ ਬੜੇ ਖੁੱਲੇ ਦਿਲ ਨਾਲ ਸਭ ਗਰੀਬਾਂ ਮੰਗਤਿਆਂ ਨੂੰ ਦਾਨ ਦੇ ਰਹੇ ਹਨ। ਦੇਤ ਸਰਬ ਕੋ ਦਾਨ ਹਿਰਦੈ ਸੁਖ ਮਾਨ ਕੈ। ਹਿਰਦੇ ਵਿੱਚ ਖੁਸ਼ੀ ਮਾਣ ਕੇ ਸਭ ਨੂੰ ਦਾਨ ਵੰਡਦੇ ਹਨ, ਕਿਉਂਕਿ ਇਹ ਬਜ਼ੁਰਗ ਲੋਕਾਂ ਦਾ ਇਸ ਪ੍ਰਕਾਰ ਵਿਚਾਰ ਹੁੰਦਾ ਹੈ ਕਿ ਜਿਹੜਾ ਜਸ ਹੈ ਨਾ, ਸੋਭਾ, ਇਹ ਗਰੀਬ ਲੋਕਾਂ ਤੋਂ ਹੀ ਫੈਲਦਾ ਹੈ। ਗਰੀਬ ਲੋਕ ਜਿਹੜੇ ਨੇ ਉਹਨਾਂ ਕੁ ਦਾਨ ਲੈ ਕੇ ਖੁਸ਼ ਹੁੰਦੇ, ਫਿਰ ਹਰ ਥਾਂ ਦੇ ਉੱਤੇ ਉਹ ਬਚਨ ਕਰਦੇ ਨੇ। ਇਸ ਵਾਸਤੇ ਭਾਈ ਇਹਨਾਂ ਗਰੀਬਾਂ ਲੋਕਾਂ ਨੂੰ ਗੁਰੂ ਸਾਹਿਬ ਦਾ ਬਿਰਦੀ ਹੈ, ਸੋ ਦੀਨਾਂ ਤੇ ਦਇਆ ਕਰਨੀ, ਇਸ ਤਰ੍ਹਾਂ ਨਾਲ ਦਇਆ ਕਰ ਰਹੇ ਹਨ। ਕਨਕ ਭਾਂਤ ਕੇ ਹੋਤ ਸਕੌਤਕ ਦੇਖਾਈ। ਤੋ ਭਾਈ ਹੁਣ ਗੁਰੂ ਸਾਹਿਬ ਜੀ ਦੇ ਇਸ ਖੁਸ਼ੀ ਦੇ ਸਮੇਂ ਤੇ ਉਸ ਸਮੇਂ ਦੇ ਸਮਾਜਿਕ ਰਿਵਾਜਾਂ ਅਨੁਸਾਰ ਖੁਸ਼ੀ ਦੇ ਕੌਤਕ ਹੋ ਰਹੇ ਨੇ। ਸਭ ਦੁਨੀਆ ਵੇਖ ਕੇ ਖੁਸ਼ ਹੋ ਰਹੀ ਹੈ। ਸ਼ੈਲ ਸ਼ਬੀਲੇ ਹਸੇ ਬਿਲਾਸ ਬਸ਼ੇਖਾਈ। ਬਹੁਤ ਸਾਰੇ ਇਸ ਪ੍ਰਕਾਰ ਜਿਹੜੇ ਨੌਜਵਾਨ ਗੱਭਰੂ ਹਨ, ਸੋ ਦੇਖ ਦੇਖ ਕੇ ਕੌਤਕਾਂ ਨੂੰ ਹੱਸਦੇ ਖੁਸ਼ ਹੁੰਦੇ ਹਨ। ਬਖਸ਼ੇ ਬਹੁ ਬਖਸ਼ੀਸ਼ ਪ੍ਰਮੋਦ ਬਟਾਏ ਕੈ। ਆਪਣੀ ਖੁਸ਼ੀ ਵਧਾ ਕਰਕੇ ਜਿਹੜੇ ਲੋਕ ਗੁਣੀ ਲੋਕ ਆਪੋ ਆਪਣਾ ਗੁਣ ਪ੍ਰਗਟ ਕਰਦੇ ਨੇ, ਤੇ ਭਾਈ ਉਹਨਾਂ ਦੇ ਉੱਤੇ ਬਹੁਤ ਭਾਰੀ ਖੁਸ਼ੀ ਕਰਦੇ, ਧਨ ਦਿੰਦੇ ਹਨ, ਖੁਸ਼ ਕਰਦੇ ਹਨ। ਓ ਧਨ ਧਨ ਮੁਖ ਕਹੈ। ਸਾਰੇ ਹੀ ਮੁਖ ਤੋਂ ਧਨ ਧਨ ਕਹਿੰਦੇ ਹਨ। ਰਹਿਓ ਜਸ ਛਾਏ ਕੈ। ਸਾਰੇ ਪਾਸਿਓਂ ਜਾਸੀ ਛਾ ਗਿਆ ਹੈ, ਸਭ ਪਾਸੇ ਸੋਭਾ ਹੋਈਆ ਪਈ, ਧਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਧਨ ਹੈ, ਗੁਰੂ ਪਾਤਸ਼ਾਹ ਮਹਾਰਾਜ ਦਾ ਜਿਗਰਾ ਧਨ, ਇਹੋ ਜਿਹਾ ਵਿਆਹ ਹੈ। ਦੋਹਰਾ ਤੇਹ ਛਿਨ ਇੱਕ ਨਰ ਆਏ ਕੈ। ਉਸ ਵੇਲੇ ਇੱਕ ਪ੍ਰਾਣੀ ਆਇਆ ਹੈ, ਬੋਲਿਓ ਜੁਗ ਕਰ ਜੋਰ। ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ ਉਸਨੇ। ਗਮਨ ਵਚਨੇ ਅਸਨ ਕੋ। ਕੋਈ ਲੰਗਰ ਤਿਆਰ ਹੈ ਜੀ, ਹੁਣ ਬਰਾਤ ਨੂੰ ਬੇਨਤੀ ਹੈ ਲੰਗਰ ਛਕੋ ਜੀ ਚੱਲ ਕੇ। ਕਰ ਕਰਨਾ ਚਖ ਕੋਰ। ਆਪਣੇ ਸੋਹਣੇ ਨੇਤਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਜੀ ਲੰਗਰ ਛਕੋ ਜੀ ਆਣ ਕੇ। ਸੋਰਠਾ ਸਭੇ ਸਮਾਜ ਸੁਹਾਥ। ਸਾਰਾ ਹੀ ਸਮਾਜ ਬੜਾ ਸੋਭਾ ਪਾ ਰਿਹਾ ਹੈ। ਕਾਲੂ ਕੀਨ ਰਜਾਏ ਤਬ। ਤਾਂ ਮਹਿਤਾ ਕਾਲੂ ਜੀ ਨੇ ਸਾਰੀ ਬਰਾਤ ਨੂੰ ਆਗਿਆ ਕੀਤੀ, ਚਲੋ ਭਾਈ ਲੰਗਰ ਛਕੀਏ। ਦੁੱਲੋ ਸਹਿਤ ਬਰਾਤ। ਹੁਣ ਮਹਾਰਾਜ ਦੀ ਸਾਰੀ ਬਰਾਤ ਤੇ ਗੁਰੂ ਸਾਹਿਬ ਜੀ ਆਪ ਗਮਨੇ ਮੂਲੇ ਕੇ ਸਦਨ। ਮੂਲ ਚੰਦ ਜੀ ਦੇ ਘਰ ਦੇ ਵਿੱਚ ਚੱਲੇ ਹਨ ਲੰਗਰ ਛਕਣ ਵਾਸਤੇ। ਸਵਈਆ ਪਾਏ ਭਲੇ ਅਰਬਿੰਦ ਚਲੇ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਸੁੰਦਰ, ਸੋ ਕਮਲ ਸਿਰਖੇ ਮੁਖ ਵਾਲੇ ਸੋਹਣੇ ਚਰਨਾਂ ਦੇ ਨਾਲ ਚੱਲੇ ਹਨ। ਗਤ ਮੰਦ ਮਨੋਹਰ ਹੈ ਸੁੰਦਰੀ। ਮੇਰੇ ਸਤਿਗੁਰੂ ਜੀ ਦੀ ਚਾਲ ਮਸਤ ਚਾਲ ਹੈ, ਬੜੀ ਸੁੰਦਰ ਚਾਲ ਵਿੱਚ ਚੱਲਦੇ, ਸਾਰਿਆਂ ਦੇ ਮਨ ਨੂੰ ਹਰ ਲੈਣ ਵਾਲੀ ਹੈ। ਬਾਹੋ ਵਿਸ਼ਾਲ ਕਿਊਰ ਬਨਾ। ਮੇਰੇ ਸਤਿਗੁਰੂ ਦੀਆਂ ਪਰਲੰਮ ਬਾਹਾਂ ਹਨ, ਗੋਡਿਆਂ ਤੋਂ ਲੰਮੀਆਂ ਬਾਹਾਂ ਨੇ, ਮੋਢਿਆਂ ਦੇ ਉੱਤੇ ਕਿਊਰ ਜਿਹੜੇ ਮੋਢੇ ਸਜਾਏ ਹੋਏ ਨੇ। ਅੰਗਰੀ ਨਗ ਕੰਚਨ ਕੀ ਮੁੰਦਰੀ। ਤੇ ਮਹਾਰਾਜ ਦੇ ਹੱਥਾਂ ਦੀਆਂ ਉਂਗਲੀਆਂ ਦੇ ਵਿੱਚ ਇਸ ਪ੍ਰਕਾਰ ਸੋਨੇ ਦੀਆਂ ਮੁੰਦਰੀਆਂ ਜਿਹੜਾ ਵਿੱਚ ਨਗ ਜੜੇ ਹੋਏ ਨੇ, ਪਾਏ ਹੋਏ ਨੇ। ਧਰਮ ਦੰਤਨ ਕੋ ਮੁਸਕਾਤ। ਜਦੋਂ ਮੇਰੇ ਸਤਿਗੁਰੂ ਸ਼ਹਿਨਸ਼ਾਹ ਪਿਤਾ ਮੁਸਕਰਾਉਂਦੇ ਨੇ, ਹੱਸਦੇ ਨੇ, ਤੇ ਗਰੀਬ ਨਵਾਜ ਦੇ ਦੰਦ ਇਉਂ ਸਮਝੋ ਜਿਵੇਂ ਸੋਹਣੇ ਸੋ ਅਨਾਰਾਂ ਦੇ ਦਾਣੇ ਹੁਣ ਇਉਂ ਫੱਬਦੇ ਚਿੱਟੇ ਚਿੱਟੇ। ਹੀਰਨ ਪਾਂਤ ਮਨੋ ਗੁੰਦਰੀ। ਮਾਨੋ ਕਿ ਜਿਸ ਤਰ੍ਹਾਂ ਹੀਰਿਆਂ ਦੀ ਲੜੀ ਹੀ ਕਿਸੇ ਗੁੰਦੀ ਹੋਈ ਹੋਵੇ, ਐਸੇ ਗੁਰੂ ਸਾਹਿਬ ਜੀ ਦੇ ਦੰਦ ਹਨ ਸੁੰਦਰ। ਉન્નਤ ਕੰਧ ਉਦਾਲ ਲਿਲਾਰ। ਮੇਰੇ ਸਤਿਗੁਰੂ ਪਾਤਸ਼ਾਹ ਦੇ ਉન્નਤ ਕੰਧ, ਮੋਢੇ ਉੱਚੇ ਹੁੰਦੇ ਨੇ। ਇਹ ਸਾਰੀਆਂ ਅਵਤਾਰ ਦੀਆਂ ਨਿਸ਼ਾਨੀਆਂ ਕਵੀ ਜੀ ਦੱਸ ਰਹੇ ਨੇ। ਮੋਢੇ ਸਾਹਿਬ ਜੀ ਦੇ ਉੱਚੇ ਹਨ, ਚੌੜਾ ਮੱਥਾ ਹੈ, ਭਾਗਾਂ ਭਰਿਆ ਗੁਰੂ ਸਾਹਿਬ ਦਾ। ਸੋ ਚਾਰਜ ਚੰਦ ਆਨੰਦ ਧਰੀ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਆਨੰਦ ਦਾ ਧਰਿਆ ਹੋਇਆ ਸਰੂਪ ਹੈ ਮਹਾਰਾਜ ਜੀ ਦਾ। ਹਾਥ ਪੈ ਹਾਥ ਧਰੇ ਹਿਤ ਸਾਥ। ਹੱਥਾਂ ਤੇ ਹੱਥ ਰੱਖ ਕਰਕੇ ਪ੍ਰੇਮ ਨਾਲ ਇੱਕ ਦੂਸਰੇ ਦੇ ਹੱਥ ਫੜ ਕੇ ਜਾ ਰਹੇ ਨੇ। ਕਹਿ ਗੁਣ ਗਾਥਨ ਜਿਉ ਚਲ ਆਏ। ਇਸ ਤਰ੍ਹਾਂ ਗੁਣਾਂ ਦੀਆਂ ਗੱਲਾਂ ਗਾਥਾ ਕਥਾ ਕਰਦੇ ਹੋਏ ਸੁੰਦਰ ਤੋਂ ਚੱਲ ਕਰਕੇ ਸੋ ਆਏ ਨੇ। ਦੇਖੋ ਕਿੰਨੀ ਸੁੰਦਰ ਕਵੀ ਜੀ ਦੀ ਵਿਚਾਰ ਹੈ। ਕੋ ਬਰਾਤ ਹੈ, ਖੁਸ਼ੀ ਹੈ, ਪਰ ਇਸ ਖੁਸ਼ੀ ਦੇ ਮੌਕੇ ਤੇ ਸੋ ਬਰਾਤ ਦਾ ਐਸਾ ਸੁੰਦਰ ਕਥਨ, ਕੋਈ ਮਾੜੀ ਗੱਲ ਨਹੀਂ।
ਗੁਣਾਂ ਦੀ ਗੱਲ ਤੇ ਸੁੰਦਰ ਕਥਾਵਾਂ ਦੀ ਗੱਲ ਕਰਦੇ ਹੋਏ ਸੁੰਦਰ ਸੁੰਦਰ ਬਚਨ ਕਰਦੇ ਹੋਏ ਜਾ ਰਹੇ ਹਨ। ਲੰਗਰ ਛਕਣ ਵਾਸਤੇ ਬਰਾਤ ਮੂਲੇ ਨਿਕੇਤ ਵਿਖਿਆ ਪ੍ਰਵੇਸ਼ੇ ਤੋ ਮੂਲ ਚੰਦ ਚੋਣੇ ਜੀ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਜਾਂ ਸੁੰਦਰ ਰੰਗ ਵਿਛਾਵਨ ਛਾਏ ਜਿੱਥੇ ਬੜੇ ਸੋਹਣੇ ਸੋਹਣੇ ਵਿਛਾਉਣੇ ਰੰਗਾਂ ਰੰਗਾਂ ਦੇ ਵਿਛਾਏ ਹੋਏ ਨੇ ਬਰਾਤ ਵਾਸਤੇ। ਭਾਂਤਨ ਭਾਂਤ ਬਰਾਤ ਸੁਹਾਤ ਹੈ ਤੋ ਭਾਈ ਜਿਸ ਤਰ੍ਹਾਂ ਰੰਗਾਂ ਰੰਗਾਂ ਦੀ ਬਰਾਤ ਸ਼ੋਭਾ ਪਾ ਰਹੀ ਹੈ ਵਸਤਰਾਂ ਦੇ ਸਹਿਤ, ਭਾਂਤਨ ਭਾਂਤ ਬਣਾਏ ਵਿਛਾਏ ਸੋ ਪੰਗਤਾਂ ਪੰਗਤਾਂ ਤਰਤੀਬ ਨਾਲ ਪੰਗਤਾਂ ਲਾ ਲਾ ਕਰਕੇ ਸਭ ਨੂੰ ਬਿਠਾਇਆ ਹੈ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਹੈ। ਹਜੂਰ ਜੀ ਨੇ ਦੇਖੋ ਆਪਣੀ ਉਸ ਅਵਸਥਾ ਦੇ ਵਿੱਚ ਹੀ ਪ੍ਰਚਾਰ ਹੈ ਕਿ ਪੰਗਤਾਂ ਲਵਾ ਦਿੱਤੀਆਂ ਨੇ, ਉੱਥੇ ਕੋਈ ਊਚ ਨੀਚ ਦਾ ਭੇਦ ਦਾ ਜ਼ਿਕਰ ਨਹੀਂ ਹੈ। ਭਾਂਜਨ ਭੂਰ ਧਰੇ ਸਭ ਅਗਰਨ ਸਾਰਿਆਂ ਦੇ ਅੱਗੇ ਸੋਹਣੇ ਸੋਹਣੇ ਬਰਤਨ ਜਿਹੜੇ ਹਨ ਟਕਾਏ ਹਨ ਪ੍ਰਸ਼ਾਦਾ ਵਰਤਾਉਣ ਵਾਸਤੇ। ਸੂਪਨ ਕਾਰ ਸੋ ਭੋਜਨ ਲਿਆਏ ਰਸੋਈਏ ਲੋਕ ਆ ਗਏ ਹਨ, ਬੜੇ ਪ੍ਰੇਮ ਦੇ ਨਾਲ ਵਰਤਾ ਰਹੇ ਨੇ। ਸੋ ਪੰਗਤਾਂ ਲੱਗੀਆਂ ਨੇ, ਪੰਗਤਾਂ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ। ਸਾਹਿਬ ਗੁਰੂ ਨਾਨਕ ਸਾਹਿਬ ਦੇ ਵਿਆਹ ਦੇ ਸਮੇਂ ਨੀਕੇ ਮਹਾ ਪਕਵਾਨ ਪਰੋਸਤ ਬੜੇ ਸੁੰਦਰ ਪਕਵਾਨ ਹਨ। ਸੁੰਦਰ ਨੀਕੇ ਮਾਨੇ ਸੁੰਦਰ ਪਕਵਾਨ ਹਨ ਜਿਹੜੇ ਉਹ ਪਰੋਸ ਰਹੇ ਨੇ, ਵਰਤਾ ਰਹੇ ਨੇ ਜਿੰਨੀ ਜਿੰਨੀ ਲੋੜ ਹੈ ਕਿਸੇ ਨੂੰ। ਮਾਦਰਤਾ ਮਦ ਜਿਉ ਮਦ ਰਾਏ ਤੋ ਬੜੇ ਮਿੱਠੇ ਨੇ, ਸ਼ਹਿਦ ਵਰਗੇ ਮਿੱਠੇ ਭੋਜਨ ਤਿਆਰ ਕੀਤੇ ਹਨ, ਵਰਤਾ ਰਹੇ ਹਨ। ਮੋਦਕ ਸੇਵਕੀਆਂ ਨੁਗਦੀ ਤੋ ਕਹਿੰਦੇ ਨੇ ਲੱਡੂ ਹਨ, ਸੇਵੀਆਂ ਹਨ, ਨੁਗਦੀ ਬੂੰਦੀ ਹੈ। ਤਦ ਸੰਗ ਪਕੌਰਨ ਮਦ ਮਿਲਾਏ ਤੇ ਫਿਰ ਇਸ ਪ੍ਰਕਾਰ ਪਹਿਲਾਂ ਸਭ ਤੋਂ ਮਿੱਠਾ ਵਰਤਾਇਆ, ਉਸ ਤੋਂ ਬਾਅਦ ਦਹੀਂ ਦੇ ਵਿੱਚ ਪਕੌੜੇ ਆਦਿ ਪਾਏ ਹੋਏ ਨੇ, ਐਸਾ ਸੁੰਦਰ ਉਸ ਨੂੰ ਵਰਤਾਇਆ ਹੈ। ਅੰਮ੍ਰਿਤੀਆਂ ਖੁਰਮੇ ਸੋ ਬਰੇ ਬਰ ਘੇਵਰ ਤੋ ਕਹਿੰਦੇ ਨੇ ਅੰਮ੍ਰਿਤੀਆਂ ਇਹ ਵੱਡੀਆਂ ਜਲੇਬੀਆਂ ਹੁੰਦੀਆਂ ਨੇ। ਤੇ ਇਸ ਪ੍ਰਕਾਰ ਖੁਰਮੇ ਹਨ, ਇਸੇ ਤਰ੍ਹਾਂ ਬੜੇ, ਇਸੇ ਤਰ੍ਹਾਂ ਹੀ ਫਿਰ ਘਿਊਰ ਹੁੰਦੇ ਨੇ, ਘਿਓ ਵਿੱਚ ਉਹ ਵੀ ਬਣਾਏ ਜਾਂਦੇ ਜਲੇਬੀਆਂ, ਉਸ ਵੇਲੇ ਦੀਆਂ ਮਠਿਆਈਆਂ ਨੇ। ਕਹਿੰਦੇ ਐਸੀਆਂ ਸੁੰਦਰ ਬਣਾਈਆਂ ਨੇ। ਉਦੋਂ ਭਾਈ ਸਰੀਰ ਵੀ ਤਗੜੇ ਹੁੰਦੇ ਸੀ, ਖੁਰਾਕਾਂ ਵੀ ਤਗੜੀਆਂ ਹੁੰਦੀਆਂ ਸੀ। ਘੇਵਰ ਸੇਤ ਸਤਾ ਬਹੁ ਪਾਏ ਤੋ ਘਿਊਰ ਬਣਾਏ ਹੋਏ ਨੇ ਚਿੱਟੇ, ਜਿਹਨਾਂ ਵਿੱਚ ਖੰਡ ਆਦਿਕ ਬਹੁਤ ਸੁੰਦਰ ਪਾਈ ਹੋਈ ਹੈ। ਦਾਖ ਬਦਾਮ ਗਿਰੂ ਪਿਸਤਾ ਤੋ ਕਹਿੰਦੇ ਦਾਖਾਂ ਨੇ, ਬਦਾਮ ਨੇ, ਪਿਸਤਾ ਹੈ ਤੇ ਗਿਰੀ ਆਦਿਕ ਪਾਈ ਹੋਈ ਹੈ। ਸਭ ਭੋਜਨ ਮੇਵੇ ਅਮੇਜ ਕਰਾਏ ਸਾਰੇ ਭੋਜਨ ਜਿਹੜੇ ਮੇਵੇ ਵਗੈਰਾ ਮਿਲਾ ਕਰਕੇ ਸੋਹਣੇ ਸਵਾਦੀ ਤਿਆਰ ਕੀਤੇ ਹੋਏ ਵਰਤਾਏ ਨੇ। ਪੂਰਬ ਕੌਰ ਨਿਕਾਰ ਕੇ ਪੰਚ ਤੋ ਇਹ ਪ੍ਰਾਚੀਨ ਮਰਜ਼ਾਦਾ ਦੀ ਗੱਲ ਕਵੀ ਜੀ ਕਰ ਰਹੇ ਨੇ ਵੀ 5 ਗਰਾਹੀਆਂ ਪਹਿਲਾਂ ਵੱਖਰੀਆਂ ਕੱਢੀਆਂ ਹਨ। ਲੱਗੇ ਪੁਨ ਜੀਵਨ ਕੇ ਮਨ ਭਾਈ ਤੋ ਮਨ ਭਾਉਂਦੇ ਸੁੰਦਰ ਪ੍ਰਸ਼ਾਦ ਨੂੰ ਛਕਣ ਲੱਗੇ ਸਾਰੀ ਬਰਾਤ। ਪੀਨ ਰੋਜਨ ਬੈਸ ਚਖੋਰਨ ਚਰੋਖਨ ਕਹਿੰਦੇ ਨੇ ਇਸ ਪ੍ਰਕਾਰ ਸੋਹਣੇ ਕੋਠਿਆਂ ਤੇ ਬੈਠ ਕਰਕੇ ਬੀਬੀਆਂ ਜਿਹੜੀਆਂ ਨੇ ਸੋ ਸੋਹਣੇ ਸਰੂਪ ਵਾਲੀਆਂ ਗਾਵਤ ਗੀਤਨ ਰਾਗ ਸੁਨਾਈ ਸੋਹਣੇ ਰਾਗਾਂ ਦੇ ਵਿੱਚ ਗੀਤ ਗਾ ਕੇ ਸੁਣਾਉਂਦੀਆਂ ਨੇ ਸਾਧ ਸੰਗਤ। ਇਹ ਪੁਰਾਣਾ ਰਿਵਾਜ ਹੁੰਦਾ ਸੀ, ਕਿਉਂਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਹੁਣ ਕੀ ਪਤਾ ਹੋਣਾ ਹੈ। ਅੱਜ ਕੱਲ੍ਹ 7 ਦਿਨਾਂ ਦੀਆਂ ਬਰਾਤਾਂ ਹੋ ਗਈਆਂ, ਸਵਾਰੀਆਂ ਜਿਹੜੀਆਂ ਇਸ ਤਰ੍ਹਾਂ ਹੋ ਗਈਆਂ, ਸਮਾਂ ਸਮਾਜ ਬਣ ਗਿਆ। ਪੁਰਾਤਨ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਬਰਾਤਾਂ ਰਾਤ ਤੇ ਜਾਂਦੀਆਂ ਸੀ, ਜਾਣੀ ਇੱਕ ਰਾਤ ਰਹਿਣ ਦੀ ਬਰਾਤ ਤੇ ਅਸੀਂ ਵੀ ਦੇਖਦੇ ਰਹੇ ਬਚਪਨ ਦੇ ਵਿੱਚ। ਤੇ ਗੁਰੂ ਸਾਹਿਬ ਜੀ ਦੇ ਸਮੇਂ ਤੇ ਜ਼ਿਆਦਾ ਰਾਤਾਂ ਰਹਿੰਦੇ ਸਨ। ਤੋ ਇਸ ਪ੍ਰਕਾਰ ਤੋ ਜਿਸ ਵੇਲੇ ਪ੍ਰਸ਼ਾਦਾ ਛਕਣਾ ਤੋ ਇਸ ਪ੍ਰਕਾਰ ਬੀਬੀਆਂ ਨੇ, ਮਾਤਾਵਾਂ ਨੇ ਮਿਲ ਕਰਕੇ ਸੁੰਦਰ ਉਹਨਾਂ ਸਮਾਂ ਗੀਤ ਗਾਉਣੇ ਜਿੰਨਾ ਸਮਾਂ ਬਰਾਤ ਇਸ ਪ੍ਰਕਾਰ ਭੋਜਨ ਛਕਦੀ ਸੀ। ਬੜਾ ਆਨੰਦ ਬਣਦਾ ਸੀ। ਕਾਲੂ ਸਮੇਤ ਬਰਾਤ ਸਭੇ ਤੋ ਮਹਿਤਾ ਕਾਲੂ ਜੀ ਦੇ ਸਮੇਤ ਸਾਰੀ ਜਿਹੜੀ ਬਰਾਤ ਸੀ ਸਭ ਰੀਤ ਕੋ ਹੀਰ ਰਹੇ ਹਰ ਖਾਈ ਬੜੇ ਸੋਹਣੇ ਤਰੀਕੇ ਨਾਲ ਸਾਰੇ ਵੇਖ ਰਹੇ ਨੇ ਐਸਾ ਨਜ਼ਾਰਾ ਆਨੰਦ ਦਾ। ਝੂਠ ਮੈਂ ਡਾਰ ਉਠੇ ਧਨ ਕੋ ਤੋ ਜਿਸ ਵੇਲੇ ਪ੍ਰਸ਼ਾਦਾ ਛਕ ਲਿਆ ਜਾਂਦਾ ਹੈ, ਇਹ ਫਿਰ ਰਸੋਈਏ ਲੋਕਾਂ ਦਾ ਇਸ ਪਰ ਸ਼ਗਨ ਹੁੰਦਾ ਹੈ। ਸੋ ਆਪਣਾ ਇੱਕ ਰਸੋਈਏ ਹੁੰਦੇ ਨੇ, ਦੂਸਰੇ ਜਿਨ੍ਹਾਂ ਨੇ ਬਰਤਨ ਆਮ ਮਹਿਰੇ ਲੋਕ ਹੁੰਦੇ ਬਰਤਨ ਸਾਫ਼ ਕਰਨ ਵਾਲੇ, ਉਹ ਆ ਜਾਇਆ ਕਰਦੇ ਨੇ। ਇਸ ਪ੍ਰਕਾਰ ਉਹਨੂੰ ਕਹਿੰਦੇ ਜੂਠ 'ਚ ਧਨ ਪਾਉਣਾ, ਭਾਵ ਜਿਨ੍ਹਾਂ ਨੇ ਜੂਠੇ ਬਰਤਨ ਮਾਂਜਣੇ ਨੇ ਉਹ ਮਾਂਜਣੇ ਹਨ, ਬਰਾਤ ਨੇ ਉਹਨਾਂ ਨੂੰ ਲਾਗ ਦੇਣਾ, ਉਹਨੂੰ ਕਹਿੰਦੇ ਜੂਠ 'ਚ। ਤੇ ਜਿਹੜਾ ਇਸ ਪ੍ਰਕਾਰ ਅੱਜ ਕੱਲ੍ਹ ਵੀ ਹਲਵਾਈ ਲੋਕ ਕਰਦੇ ਨੇ। ਸੋ ਜਿਸ ਵੇਲੇ ਬਰਾਤ ਇਸ ਪ੍ਰਕਾਰ ਛਕਦੀ ਭੋਜਨ, ਉਹ ਫਿਰ ਮਠਿਆਈ ਰੱਖ ਕੇ ਆ ਜਾਂਦੇ ਨੇ, ਸਾਨੂੰ ਇਨਾਮ ਦਿਓ, ਸਾਡਾ ਸ਼ਗਨ ਹੁੰਦਾ। ਇਸ ਤਰੀਕੇ ਨਾਲ ਉਹ ਸਾਰੇ ਸ਼ਗਨ ਕੀਤੇ ਹਨ। ਬਹੁ ਜੀਵ ਆਹਾਰ ਜੋ ਡੇਰੇ ਮੈਂ ਆਈ ਤੋ ਸਾਰੀ ਬਰਾਤ ਸੁੰਦਰ ਭੋਜਨ ਛਕ ਕਰਕੇ ਆਪਣੇ ਡੇਰੇ ਜਿਹੜਾ ਹੈ ਉੱਥੇ ਪਹੁੰਚ ਗਈ ਹੈ। ਦੋਹਰਾ ਤਿਹ ਦਿਨ ਤਿਹ ਸ਼ਿਨ ਸ੍ਰੀ ਸੁਖਦਾਨ ਕੋ ਉਸ ਵੇਲੇ ਸੁੱਖਾਂ ਦੇ ਦਾਤੇ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਨੂੰ ਲੈ ਗਏ ਅੰਤਰ ਧਾਮ। ਉਸ ਵੇਲੇ ਇਹ ਵੀ ਇੱਕ ਸ਼ਗਨ ਹੁੰਦਾ ਹੈ। ਸੋ ਸਹੁਰੇ ਘਰ ਵਾਲੇ ਫਿਰ ਸੋ ਲਾੜੇ ਨੂੰ
ਤੇ ਨਾਲ ਇੱਕ ਦੋ ਉਹਨਾਂ ਦੇ ਬੱਚੇ ਹੁੰਦੇ ਨੇ ਹੋਰ, ਉਹਨਾਂ ਨੂੰ ਫਿਰ ਲੈ ਜਾਂਦੇ ਨੇ ਅੰਦਰ। ਇਹ ਵੱਖਰੇ ਵੱਖਰੇ ਇਲਾਕੇ ਦਾ ਰਿਵਾਜ ਹੁੰਦਾ, ਕਹਿੰਦੇ ਅਸੀਂ ਸਲਾਮੀਆਂ ਪਾਉਣੀਆਂ ਜੀ, ਘਰ ਵਿੱਚ ਬੱਚੇ ਨੂੰ ਲੈ ਜਾਂਦੇ ਹਨ। ਲੈ ਗਏ ਨੇ ਗਾਜ ਗਾਮਨ ਦੁੱਤ ਦਾਮਨੀ, ਬਹੁਤ ਸੁੰਦਰ ਸਰੂਪ ਵਾਲੀਆਂ ਬੀਬੀਆਂ ਜਿਹੜੀਆਂ ਹਨ, ਸਾਸ ਬਦਨੀ ਜਹ ਬਾਮ। ਜਿੱਥੇ ਬੀਬੀਆਂ ਹਨ ਸੋਹਣੇ ਚੰਦਰਮਾ ਸਰੀਖੇ ਮੁਖ ਵਾਲੀਆਂ, ਸੋ ਆਮ ਤੌਰ ਤੇ ਇਹ ਇਸ ਬੀਬੀ ਦੀਆਂ ਭੈਣਾਂ ਆਦਿਕ ਆਮ ਸਾਲੀਆਂ ਕਿਹਾ ਜਾਂਦਾ ਜਾਂ ਉਹ ਇਕੱਠੀਆਂ ਹੁੰਦੀਆਂ ਨੌਜਵਾਨ ਬੱਚੀਆਂ, ਤੇ ਕੁਝ ਸਿਆਣੀਆਂ ਮਾਤਾਵਾਂ ਹੁੰਦੀਆਂ ਉਹ ਸਗਨ ਕਰਦੀਆਂ ਨੇ ਉੱਥੇ। ਸਵਈਆ ਹਾਸ ਬਿਲਾਸ ਸੁਆਸਨ ਜੀ, ਜਿਹੜੇ ਆਪਣਾ ਖੁਸ਼ੀ ਦੇ ਨਾਲ ਹੱਸਣ ਖੇਡਣ ਦੇ ਬਚਨ ਬਿਲਾਸ ਕਰਦੇ ਹਨ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਜਿਸ ਵੇਲੇ ਵਿਆਹ ਹੋਇਆ ਸੀ, ਉਸ ਵੇਲੇ ਜਦੋਂ ਤੋਂ ਇਸੇ ਸਮੇਂ ਦੇ ਉੱਤੇ ਲੈ ਕੇ ਗਏ ਸਨ ਘਰ ਵਿੱਚ, ਤਾਂ ਆਮ ਤੌਰ ਤੇ ਕਹਿੰਦੇ ਸੀ ਛੰਦ ਸੁਣਾਓ। ਤਾਂ ਸਤਿਗੁਰੂ ਪਾਤਸ਼ਾਹ ਨੇ ਹਰ ਸਾਲੀ ਦੇ ਪ੍ਰਥਾਏ ਜੋ ਬਾਣੀ ਉਚਾਰਨ ਕੀਤੀ ਗਿਆਨ ਦੇਣ ਵਾਸਤੇ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਟਕਸਾਲ ਦੀ ਉਥਾਨਕਾਂ ਦੇ ਮੁਤਾਬਕ। ਤੋਂ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਸੋ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਪ੍ਰਕਾਸ਼ ਕਰੈ ਸੁਖ ਦਾਨਹਿ ਸੋ, ਤੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਬਚਨ ਬਿਲਾਸ ਕਰਦੇ ਜਾਣਕਾਰੀ ਹੋ ਜਾਂਦੀ ਹੈ। ਸੋ ਗੁਰੂ ਸਾਹਿਬ ਨੂੰ ਇਸ ਪ੍ਰਕਾਰ ਖੁਸ਼ੀ ਦੇ ਨਾਲ ਬਚਨ ਬਿਲਾਸ ਕਹਿੰਦੇ ਹਨ। ਲੋਚਨ ਲੋਲ ਬਿਲੋਕਤ ਬੰਕ, ਇਸ ਪ੍ਰਕਾਰ ਸੋਹਣੇ ਨੇਤਰਾਂ ਵਾਲੀਆਂ ਬੀਬੀਆਂ ਜਿਹੜੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਭਜੈ ਮਨ ਕੀ ਮਨ ਮਾਨਹਿ ਸੋ, ਤਾਂ ਇਸ ਪ੍ਰਕਾਰ ਸੋ ਕਹਿੰਦੇ ਨੇ ਭਾਈ, ਸੋ ਬੜੇ ਬੜੇ ਮੁਨੀਆਂ ਦਾ ਮਾਣ ਵੀ ਤੋੜ ਦੇਣ ਵਾਲੇ ਹੁੰਦੇ ਹਨ ਇਹੋ ਜਿਹੇ ਕਟਾਖ ਜਿਹੜੇ ਨੇ। ਮਾਨੋ ਮੈਨ ਬਨਿਓ ਬਹੁ ਭੇਖਨ, ਮਾਨੋ ਕਿ ਮੈਨ ਕਾਮਦੇਵ ਜਿਹੜਾ ਬਹੁਤ ਰੂਪ ਧਾਰਨ ਕਰਕੇ ਆਇਆ ਹੈ। ਬਾਣ ਕਮਾਨਹਿ ਤਾਨਹਿ ਸੋ, ਤੋ ਇਸ ਪ੍ਰਕਾਰ ਆਪਣੀ ਕਮਾਨ ਚੋਂ ਬਾਣ ਜਿਹੜੇ ਤਾਣ ਕਰਕੇ ਲਾ ਰਹੇ ਨੇ। ਇਸ ਪ੍ਰਕਾਰ ਘੇਰਤ ਜੋਰ ਕਰੈ ਜਨ ਗਿਆਨ ਸੋ, ਮਾਨੋ ਕਿ ਗਿਆਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ। ਗਿਆਨ ਰੂਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਇਹ ਸੰਸਾਰਕ ਸਮਾਜ ਵਾਲੀਆਂ ਬੱਚੀਆਂ ਜਿਹੜੀਆਂ ਨੇ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਸੋ ਬਚਨ ਬਿਲਾਸ ਕਰਕੇ ਇਸ ਤਰੀਕੇ ਦੇ ਨਾਲ ਸੋ ਖੁਸ਼ ਕਰਨਾ ਚਾਹੁੰਦੀਆਂ ਹਨ। ਇਹ ਕਹੇ ਬਾਣ ਸ਼ੁਆ ਨਹਿ ਸੋ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਐਸੇ ਗਿਆਨ ਰੂਪ ਹਨ, ਕੋਈ ਵੀ ਕਾਮ ਦਾ ਬਾਣ ਨਹੀਂ ਛੋਇਆ, ਕਿਉਂਕਿ ਗੁਰੂ ਸਾਹਿਬ ਗਿਆਨ ਸਰੂਪ ਹਨ। ਜੋ ਵੀ ਕਿਤੇ ਸਤਿਗੁਰੂ ਜੀ ਦੇ ਸਨਮੁਖ ਜੋ ਵੀ ਆਇਆ ਹੈ, ਜੈਸੀ ਭਾਵਨਾ ਨਾਲ ਵੀ ਕੋਈ ਆਇਆ, ਗੁਰੂ ਪਾਤਸ਼ਾਹ ਨੂੰ ਗਿਆਨ ਦਾ ਦਾਨ ਬਖਸ਼ਿਸ਼ ਕੀਤਾ ਹੈ, ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਦੋਹਰਾ ਮਿਲ ਤਰਨੀ ਕੀਨ ਸਭ ਹਨ, ਤੋ ਸਭ ਬੀਬੀਆਂ ਨੇ ਮਿਲ ਕਰਕੇ ਕੀਤਾ ਹੈ। ਹੋਤੀ ਜੌਨ ਕੁਲ ਰੀਤ, ਜੋ ਮਰਜ਼ਾਦਾ ਸੀ ਕੁਲ ਦੀ ਕਹਿੰਦੇ ਨੇ ਇਸ ਪ੍ਰਕਾਰ ਉਹ ਸਾਰੀ ਨਿਭਾਈ ਹੈ। ਸਹਿਜ ਸਲੋਨੀ ਹੀਰਈ, ਇਸ ਪ੍ਰਕਾਰ ਸੋਹਣੇ ਨੇਤਰਾਂ ਵਾਲੀਆਂ ਸਭ ਦੇਖਦੀਆਂ ਗੁਰੂ ਸਾਹਿਬ ਜੀ ਨੂੰ। ਮੂਰਤ ਔਰ ਕਰ ਪ੍ਰੀਤ, ਤੋ ਹਿਰਦੇ ਦੀ ਪ੍ਰੀਤ ਕਰਕੇ ਸਤਿਗੁਰੂ ਜੀ ਦਾ ਦਰਸ਼ਨ ਕਰਦੇ ਹਨ, ਭਾਗਾਂ ਵਾਲੇ ਹਨ ਸਾਰੇ। ਸਵਈਆ ਕੋਮਲ ਬੋਲ ਅਮੋਲ ਭਨ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਬੜੇ ਕੋਮਲ, ਬੜੇ ਮਿੱਠੇ ਤੇ ਸੁੰਦਰ ਗਿਆਨ ਵਾਲੇ ਬਚਨ ਬੋਲਦੇ ਹਨ ਸਭ ਨਾਲ। ਜਨ ਫੂਲ ਚਰੈ ਸ਼ਿਸ਼ਿਆ ਮੂਲ ਸੁਹਾਏ, ਮੇਰੇ ਸਤਿਗੁਰੂ ਪਾਤਸ਼ਾਹ ਜੀ ਇਸ ਪ੍ਰਕਾਰ ਸੋ ਜਿਵੇਂ ਮੁਖ ਤੋਂ ਸੋ ਫੁੱਲ ਕਰਦੇ ਹਨ, ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਗਰੀਬ ਨਵਾਜੀ ਬਚਨ ਕਰਦੇ ਸਭ ਦੇ ਨਾਲ। ਪੰਕਜ ਨੈਣ ਮਇਆ ਮਨ ਐਨ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਮਲ ਸਰੀਖੇ ਨੇਤਰਾਂ ਵਾਲੇ ਹਨ, ਦਇਆ ਦੇ ਘਰ ਹਨ। ਦੇਖਿਆ ਜਿਹ ਚੈਨ ਹਿਰਦੈ ਤਿਹ ਦਾਏ, ਤੋ ਮੇਰੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕਰਕੇ ਹਿਰਦੇ ਨੂੰ ਚੈਨ ਸ਼ਾਂਤੀ ਆ ਜਾਂਦੀ ਹੈ, ਐਸੇ ਸਤਿਗੁਰੂ ਪਾਤਸ਼ਾਹ ਜੀ ਕੌਤਕ ਕਰ ਰਹੇ ਨੇ। ਸੁੰਦਰਤਾ ਸਭ ਮੰਦਰ ਸੀ ਸ੍ਰੀ, ਤੋ ਮੇਰੇ ਸਤਿਗੁਰੂ ਪਾਤਸ਼ਾਹ ਜਿਹੜੀ ਸੁੰਦਰਤਾ ਸਾਰੀ ਹੈ ਮੰਦਰ ਘਰ ਦੀ ਜੋ ਸ੍ਰੀ ਮੁਖ ਦੋਖ ਨਿਕੰਦਨ ਜਾ ਦਰਸਾਏ, ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਸ ਪ੍ਰਕਾਰ ਸੋ ਸਾਰੇ ਹੀ ਸੁੰਦਰਤਾ ਦਾ ਮੰਦਰ ਘਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਮੁਖ ਜਿਹੜਾ ਹੈ। ਇਸ ਤਰੀਕੇ ਨਾਲ ਜਾ ਕੇ ਦਰਸ਼ਨ ਬਖਸ਼ਿਸ਼ ਕੀਤੇ ਹਨ ਘਰ ਦੇ ਵਿੱਚ। ਅੰਗਨ ਮੈਂ ਅੰਗਨਾ ਜੇ ਅਨੰਗ, ਤੋ ਇਸ ਪ੍ਰਕਾਰ ਜਿਤਨੀਆਂ ਵੀ ਮਾਤਾਵਾਂ ਬੀਬੀਆਂ ਉੱਥੇ ਇਕੱਠੀਆਂ ਹੋਈਆਂ ਹਨ, ਸੀ ਅੰਗ ਤਿਆਗ ਕੈ ਡੇਰਨ ਆਏ, ਤੇ ਸਭ ਨੂੰ ਤਿਆਗ ਕੇ ਮਹਾਰਾਜ ਸਤਿਗੁਰੂ ਜੀ ਆਪਣੇ ਡੇਰੇ ਵਿੱਚ ਆ ਗਏ ਬਰਾਤ ਦੇ ਵਿੱਚ। ਮਹਿੰਦੀ ਪਦ ਸੁਜੰਤ ਕੋਕਨੰਦ, ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਲਾਲ ਕਮਲ ਵਰਗੇ ਗੁਰੂ ਸਾਹਿਬ ਦੇ ਚਰਨ ਜਿਨ੍ਹਾਂ ਤੇ ਮਹਿੰਦੀ ਲੱਗੀ ਹੋਈ ਆ ਉਹਨਾਂ ਨਾਲ ਚੱਲੇ ਹਨ। ਮਕਰੰਦ ਆਨੰਦ ਉਦਾਰ ਬਸਾਈ, ਜਿਨ੍ਹਾਂ ਦੇ ਉੱਤੇ ਸੋਹਣਾ ਮਕਰੰਦ ਧੂੜਾ ਪਿਆ ਹੋਇਆ ਹੈ, ਉਦਾਰਤਾ ਮਹਾਰਾਜ ਦੀ ਛਾਈ ਹੋਈ ਹੈ। ਕਰ ਕੀ ਰਹਿ ਪੀਤ ਪੁਨੀਤ
ਮਨੋ ਗਹਿ। ਮੇਰੇ ਸਤਿਗੁਰੂ ਪਾਸ਼ ਗਲ ਵਿੱਚ ਸੋਹਣਾ ਸੋ ਮਨ ਨੂੰ ਉਤਸ਼ਾਹ ਦੇਣ ਵਾਲਾ ਪੀਲੇ ਰੰਗ ਦਾ ਪੁਸ਼ਾਕਾ ਪਾਇਆ ਹੋਇਆ ਹੈ। ਜਗਿਓ ਪਵੀਤ ਮਹਾ ਸ਼ਬ ਛਾਈ। ਤੇ ਮੇਰੇ ਸਤਿਗੁਰੂ ਜੀ ਨੇ ਜਿਹੜਾ ਗਿਆਨ ਦਾ ਜੰਜੂ ਦਿੱਤਾ ਸਭ ਨੂੰ, ਸੋ ਦਇਆ ਹੈ ਸਤ ਤੇ ਸੰਤੋਖ। ਤੋ ਦਇਆ ਸੰਤੋਖ, ਦਇਆ ਕਪਾ ਸੰਤੋਖ ਤੋਂ ਜਤ ਗੜਨੀ ਸਤ ਵਟ। ਜਤ ਸਤ ਦਇਆ ਤੇ ਸਤ ਸੰਤੋਖ ਜਿਹੜਾ ਹੈ, ਇਹ ਸ਼ੁਭ ਗੁਣਾਂ ਦਾ ਉਪਦੇਸ਼ ਸਭ ਨੂੰ ਬਖਸ਼ਿਸ਼ ਕਰਦੇ, ਗਿਆਨ ਦਾ ਜੰਜੂ ਬਖਸ਼ ਰਹੇ ਹਨ। ਕਲ ਕੰਕਨ ਕੰਚਨ ਭੂਰ ਕਿਊਰ। ਮੇਰੇ ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸੋ ਕਲ ਸੁੰਦਰ ਕੰਕਨ ਜਿਹੜੇ ਹਨ, ਕੜੇ ਪਾਏ ਹੋਏ ਨੇ ਇਸ ਪ੍ਰਕਾਰ, ਤੇ ਕਿਊਰ ਬਹੁਤੇ ਪਾਏ ਹੋਏ ਫੱਬਦੇ ਹਨ। ਪਨੀ ਔਰ ਮਾਲ ਵਿਸਾਲ ਸੁਹਾਈ। ਵੱਡੀ ਸਾਰੀ ਮਾਲਾ ਗਲ ਦੇ ਵਿੱਚ ਹਾਰ ਪਾਇਆ ਹੋਇਆ ਹੈ, ਸ਼ੋਭਾ ਪਾ ਰਿਹਾ ਹੈ। ਜਨ ਸ਼ਾਂਤ ਸਰੂਪ ਸ਼ਿੰਗਾਰ ਧਰੇ। ਮਾਨੋ ਗੁਰੂ ਨਾਨਕ ਸਾਹਿਬ ਤੇ ਸ਼ਾਂਤ ਸਰੂਪ ਹੈ, ਅਤੇ ਸ਼ਿੰਗਾਰ ਰਸ ਜਿਹੜਾ ਇਹ ਮਹਾਰਾਜ ਦੇ ਸ਼ਿੰਗਾਰ ਲੱਗਾ ਹੋਇਆ ਹੈ। ਜਗ ਮੈਂ ਪ੍ਰਗਟਿਓ ਨਿਜ ਭਾਵ ਦਿਖਾਈ। ਸੰਸਾਰ ਵਿੱਚ ਪ੍ਰਗਟ ਹੋ ਕੇ ਆਪਣੀ ਭਾਵਨਾ ਨੂੰ ਪ੍ਰਗਟ ਕਰ ਕਵੀ ਜੀ ਦੀ ਸ਼ਰਧਾ ਹੈ ਕਿ ਮੇਰੇ ਗੁਰੂ ਪਾਤਸ਼ਾਹ ਸ਼ਾਂਤ ਸਰੂਪ ਹਨ। ਇਹ ਜਿਤਨਾ ਸ਼ਿੰਗਾਰ ਦੀ ਗੱਲ ਕਰਨੇ ਕਹਿੰਦੇ, ਸਾਰਾ ਸ਼ਿੰਗਾਰ ਜਿਹੜਾ ਸ਼ਾਂਤ ਰਸ ਨੇ ਧਾਰਨ ਕੀਤਾ ਹੋਇਆ ਹੈ। ਦੋਹਰਾ ਸੋਹਤ ਬੀਚ ਬਰਾਤ ਕੇ ਕੰਚਨ। ਬਰਾਤ ਕੇ ਕਹਿੰਦੇ ਧੰਨ, ਸੋ ਬਰਾਤ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸ਼ੋਭਾ ਇਉਂ ਪਾ ਰਹੇ ਹਨ। ਕੰਚਨ ਮਹਿਮਣ ਸੋਏ। ਜਿਸ ਤਰ੍ਹਾਂ ਸੋਨੇ ਦੇ ਵਿੱਚ ਕੀਮਤੀ ਮਣੀਆਂ ਜੜੀਆਂ ਹੋਣ, ਸਾਰੀ ਬਰਾਤ ਹੈ ਸੋਨਾ ਰੂਪ, ਤੇ ਮਣੀ ਦੀ ਨਿਆਈ ਚਮਕ ਰੱਖਣ ਵਾਲੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂਰੀ ਚਿਹਰੇ ਵਾਲੇ ਸ਼ੋਭਾ ਪਾ ਰਹੇ ਹਨ। ਸੱਜਤ ਬੇਦੀਆਂ ਕੀ ਸਭਾ। ਇਹ ਬੇਦੀਆਂ ਦੀ ਸਭਾ ਸਾਰੀ ਫੱਬ ਰਹੀ ਹੈ, ਇਕੱਤਰਤਾ ਜੋ ਹੋਈ ਹੈ। ਲਜਤ ਸੁਧਰਮਾ ਹੋਏ। ਤੋ ਕਹਿੰਦੇ ਨੇ ਇਸ ਪ੍ਰਕਾਰ ਸੋ ਸਵਰਗ ਦਾ ਰਾਜਾ ਇੰਦਰ ਵੀ ਜਿਸ ਦਾ ਦਰਸ਼ਨ ਕਰਕੇ ਦੇਖ ਕਰਕੇ ਸ਼ਰਮਸਾਰ ਹੋ ਰਿਹਾ ਵੀ ਮੇਰੀ ਸਭਾ ਦੀ ਵੀ ਦੇਵਤਿਆਂ ਦੀ ਏਡੀ ਵੱਡੀ ਸ਼ੋਭਾ ਨਹੀਂ ਹੈ ਜਿਹੜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਇਸ ਸਮੇਂ ਸ਼ੋਭਾ ਹੈ। ਸਾਧ ਸੰਗਤ ਜੀ, ਧੰਨ ਸਾਹਿਬ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਗਰੀਬ ਨਵਾਜ ਦਾ ਤਾਰ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸੋ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਆਪ ਘਰ ਬਾਰ ਵਾਲੇ ਗ੍ਰਸਤੀ ਹੋ ਕਰਕੇ ਵਰਤੇ ਨੇ ਗੁਰੂ ਸਾਹਿਬ ਜੀ। ਸਿੱਖਾਂ ਨੂੰ ਗ੍ਰਸਤੀ ਹੋ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਆਸਾਨ ਮਾਰਗ ਜਿਹੜਾ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਬਖਸ਼ਿਸ਼ ਕੀਤਾ ਹੈ। ਸਾਹਿਬ ਗੁਰੂ ਨਾਨਕ ਸਾਹਿਬ ਜੀ ਰਹਿਮਤਾਂ ਬਖਸ਼ਾਂ ਕਰਨ। ਸਾਧ ਸੰਗਤ ਜੀ, ਸੂਚਨਾ ਹੈ ਕਿ ਜੋ ਅਨਾਉਂਸ ਕੀਤਾ ਗਿਆ ਸੀ ਕਿ ਅੰਮ੍ਰਿਤ ਸੰਚਾਰ ਜਿਹੜਾ ਉਹ ਹੁਣ ਵਿਚਾਰ ਕੀਤਾ ਗਿਆ ਹੈ ਕਿ ਐਤਵਾਰ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ 3 ਵਜੇ ਇਸ ਦਰਬਾਰ ਦੇ ਵਿੱਚ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਸੋ ਕੁਝ ਪ੍ਰੇਮੀ ਤਿਆਰ ਹਨ, ਹੋਰ ਵੀ ਜਿਹਨਾਂ ਕਿਸੇ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਹੋਵੇ, ਕਿਸੇ ਨੇ ਸੁਧਾਈ ਕਰਨੀ ਹੋਵੇ, ਸਤ ਸੰਗਤ ਜੀ ਉਹ ਹਾਜ਼ਰ ਹੋ ਕਰਕੇ ਸੋ ਸੁਧਾਈ ਕਰਾ ਸਕਦੇ, ਅੰਮ੍ਰਿਤ ਛਕ ਸਕਦੇ ਹਨ, ਗੁਰੂ ਦੀਆਂ ਖੁਸ਼ੀਆਂ ਮਾਣ ਸਕਦੇ ਹਨ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਜਸ ਸਾਡੇ ਹਿਰਦੇ ਵਿੱਚ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਦੋਹਰਾ ਸੋਹਤ ਬੀਚ ਬਰਾਤ ਕੇ ਕੰਚਨ ਮਹਿਮਣ ਸੋਏ। ਸੱਜਤ ਬੇਦੀਆਂ ਕੀ ਸਭਾ। ਲਜਦ ਸੁਧਰਮਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।